हाँ जी, ਅੱਜ ਅਸੀਂ ਆਰ ਕੇ ਨਾਰਾਇਣ ਬਾਰੇ ਪੜ੍ਹਾਂਗੇ। ਨਾਰਾਇਣਨ ਇਸ ਦਾ ਪੂਰਾ ਨਾਮ ਸੀ ਰਾਸ਼ੀਪੁਰਮ ਕ੍ਰਿਸ਼ਨਾ ਸਵਾਮੀ ਅਈਅਰ ਨਾਰਾਇਣ ਸਵਾਮੀ। ਇਹ ਰਾਈਟਰ ਸੀ ਜਿਹੜਾ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਰਾਈਟਰ ਹੈ। ਇੰਡੀਅਨ ਲਿਟਰੇਚਰ ਜਿਹੜਾ ਇਨ ਇੰਗਲਿਸ਼ ਦਾ ਹੋਇਆ ਉਸ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਪ੍ਰੋਮੀਨੈਂਟ ਰੋਲ ਹੈ। ਕਾਫੀ ਰਾਈਟਿੰਗਸ ਇਹਦੀਆਂ ਬਹੁਤ ਪਾਪੂਲਰ ਹੋਈਆਂ ਨੇ ਅਤੇ ਕਾਫੀ ਰਾਈਟਿੰਗਸ ਦੇ ਉੱਪਰ ਮੂਵੀਜ਼ ਬਣੀਆਂ ਨੇ, ਫਿਲਮ ਬਣੀਆਂ ਨੇ। ਤਾਂ ਤੁਸੀਂ ਇਸ ਰਾਈਟਰ ਨੂੰ ਧਿਆਨ ਨਾਲ ਪੜ੍ਹਨਾ ਅਤੇ ਤੁਹਾਨੂੰ ਜਿਹੜਾ ਮਟੀਰੀਅਲ ਹੈ ਤੁਸੀਂ ਸਕਰੀਨਸ਼ੋਟ ਲੈ ਲੈਣਾ ਇਹਦੇ ਇਸ ਜਿਹੜਾ ਮਤਲਬ ਲੈਕਚਰ ਹੋਊਗਾ। ਅਤੇ ਜਿਹੜਾ ਲੈਕਚਰ ਤੁਹਾਡਾ ਇਹ ਬਾਈਲਿੰਗੁਅਲ ਰਹੇਗਾ ਅਤੇ ਤੁਹਾਨੂੰ ਆਸਾਨੀ ਨਾਲ ਸਮਝ ਆਏਗਾ। ਮੇਰੀ ਕੋਸ਼ਿਸ਼ ਇਹੀ ਰਹੇਗੀ ਮਤਲਬ ਤੁਸੀਂ ਧਿਆਨ ਨਾਲ ਇਸ ਨੂੰ ਸੁਣੋ ਅਤੇ ਤੁਹਾਨੂੰ ਦੁਬਾਰਾ ਘੱਟ ਪੜ੍ਹਨ ਦੀ ਲੋੜ ਪਵੇ। ਚਲੋ ਲੈਟਸ ਸਟਾਰਟ। ਹਾਂਜੀ, ਆਰ ਕੇ ਨਾਰਾਇਣ ਦਾ ਜਿਹੜਾ ਪੂਰਾ ਨਾਮ ਸੀ ਉਹ ਸੀਗਾ ਰਾਸ਼ੀਪੁਰਮ ਕ੍ਰਿਸ਼ਨਾ ਸਵਾਮੀ ਅਈਅਰ ਨਾਰਾਇਣ ਸਵਾਮੀ। ਜਨਮ ਹੋਇਆ ਸੀ ਇਹਨਾਂ ਦਾ 1906 ਦੇ ਵਿੱਚ। ਜਨਮ ਹੋਇਆ ਸੀ 1906 ਦੇ ਵਿੱਚ ਅਤੇ ਡੈਥ ਹੋਈ ਸੀ 13 ਮਈ 2001 ਦੇ ਵਿੱਚ। ਦੋ ਹੀ ਡੇਟਸ ਨੇ ਜਿਹੜੀਆਂ ਤੁਸੀਂ ਪ੍ਰੋਪਰ ਯਾਦ ਰੱਖਣੀਆਂ ਨੇ ਕਿਉਂਕਿ ਕੁਸ਼ਚਨ ਜਿਹੜਾ ਡਾਇਰੈਕਟਲੀ ਇਹਨਾਂ ਦੇ ਵਿੱਚ ਐਂ ਪੁੱਛ ਲਿਆ ਜਾਂਦਾ ਹੈ। ਐਗਜ਼ੈਕਟ ਡੇਟ ਜਦੋਂ ਡਿਫੀਕਲਟ ਕੁਸ਼ਚਨ ਬਣਦਾ ਤਾਂ ਐਗਜ਼ੈਕਟ ਡੇਟ ਦੇ ਉੱਪਰ ਕੁਸ਼ਚਨ ਆ ਜਾਂਦਾ ਹੁੰਦਾ ਹੈ। ਤਾਂ ਜਨਮ ਸੀ 10 ਅਕਤੂਬਰ 1906 ਅਤੇ ਡੈਥ ਹੋਈ ਸੀ 13 ਮਈ 2001 ਦੇ ਵਿੱਚ। ਇਹ ਰਾਈਟਰ ਸੀ ਜਿਹੜਾ ਆਰ ਕੇ ਨਾਰਾਇਣ ਦਾ। ਇਹਨਾਂ ਨੇ ਮਲਗੂ ਦੀ ਨਾਮ ਦਾ ਜਿਹੜਾ ਟਾਊਨ ਸੀ, ਫਿਕਸ਼ਨਲ ਟਾਊਨ ਇਹ ਆਪਦੀ ਰਾਈਟਿੰਗਸ ਦੇ ਵਿੱਚ ਕ੍ਰੀਏਟ ਕਰਿਆ ਸੀਗਾ ਮਲਗੂ ਦੀ। ਅਤੇ ਫਸਟ ਟਾਈਮ ਜਿਹੜਾ ਮਲਗੂ ਦੀ ਸੀਗਾ ਉਹਨੇ ਆਪਦੀ ਇੱਕ ਪਹਿਲੀ ਜਿਹੜੀ ਰਾਈਟਿੰਗ ਸੀ ਸਵਾਮੀ ਐਂਡ ਹਿਜ਼ ਫਰੈਂਡਸ, ਸਵਾਮੀ ਐਂਡ ਫਰੈਂਡਸ, ਉਹਦੇ ਵਿੱਚ ਮਤਲਬ ਕ੍ਰੀਏਟ ਕੀਤਾ ਸੀਗਾ ਇਹ ਪਿੰਡ ਜਿਹੜਾ ਸੀਗਾ ਫਿਕਸ਼ਨਲ ਟਾਊਨ ਸੀਗਾ, ਇੰਡੀਅਨ ਟਾਊਨ। ਅਤੇ ਇੱਕ ਹੋਰ ਇੰਪੋਰਟੈਂਟ ਜਿਹੜਾ ਪੁਆਇੰਟ ਹੈ ਉਹ ਹੈ ਜਿਹੜਾ ਨਾਰਾਇਣ ਦਾ ਜਿਹੜਾ ਫਰੈਂਡ ਸੀਗਾ ਉਹ ਸੀਗਾ ਗ੍ਰਾਮ ਗ੍ਰੀਨ। ਗ੍ਰਾਮ ਗ੍ਰੀਨ ਦਾ ਜਿਹੜਾ ਬਹੁਤ ਹੀ ਇੰਪੋਰਟੈਂਟ ਰੋਲ ਰਿਹਾ ਹੈ ਉਸਦੇ ਜਿਹੜੇ ਫਸਟ 4 ਵਰਕ ਸੀਗੇ ਉਹਨਾਂ ਨੂੰ ਪਬਲਿਸ਼ ਕਰਵਾਉਣ ਦੇ ਵਿੱਚ, ਜਿਵੇਂ ਸਵਾਮੀ ਐਂਡ ਹਿਜ਼ ਫਰੈਂਡਸ, ਬੈਚਲਰ ਆਫ ਆਰਟਸ, ਦਾ ਡਾਰਕ ਰੂਮ ਐਂਡ ਦਾ ਇੰਗਲਿਸ਼ ਟੀਚਰ। ਤਾਂ ਤੁਸੀਂ ਚਾਰੇ ਜਿਹੜੇ ਮਤਲਬ ਯਾਦ ਰੱਖਣੇ ਨੇ। ਕੁਸ਼ਚਨ ਆ ਸਕਦਾ ਤੁਹਾਨੂੰ ਕਿ ਕਿਹੜੀਆਂ ਰਾਈਟਿੰਗਸ ਦੇ ਵਿੱਚ ਜਾਂ ਕਿਹੜੇ ਮਤਲਬ ਵਰਕਸ ਦੇ ਵਿੱਚ ਗ੍ਰਾਮ ਗ੍ਰੀਨ ਦਾ ਪ੍ਰੋਮੀਨੈਂਟ ਰੋਲ ਰਿਹਾ ਹੈ ਪਬਲਿਸ਼ ਕਰਵਾਉਣ ਦੇ ਵਿੱਚ। ਤਾਂ ਇਹ 4 ਰਾਈਟਿੰਗ ਸੀਗੀਆਂ ਜਿਨ੍ਹਾਂ ਦੇ ਵਿੱਚ ਗ੍ਰਾਮ ਗ੍ਰੀਨ ਦਾ ਬਹੁਤ ਜ਼ਿਆਦਾ ਵੱਡਾ ਰੋਲ ਸੀਗਾ। ਹਾਂ, ਅੱਗੇ ਨੈਕਸਟ ਪੁਆਇੰਟ ਜਿਹੜਾ ਨੋਟ ਕੀਤਾ ਹੋਇਆ ਉਹ ਹੈ ਕਿ ਜਿਹੜਾ ਮਲਗੂ ਦੀ ਟਾਊਨ ਸੀਗਾ ਉਹ ਪਹਿਲੀ ਵਾਰੀ ਕਿਹੜੀ ਰਾਈਟਿੰਗ ਦੇ ਵਿੱਚ ਉਹਨੇ ਕ੍ਰੀਏਟ ਕਰਿਆ ਸੀ ਫਿਕਸ਼ਨਲ ਟਾਊਨ, ਉਹ ਸੀ ਸਵਾਮੀ ਐਂਡ ਹੀਜ਼ ਫਰੈਂਡਸ। ਹਾਂ, ਨਾਰਾਇਣ ਦੀ ਜਿਹੜੀਆਂ ਰਾਈਟਿੰਗ ਸੀਗੀਆਂ ਉਹਨਾਂ ਦੇ ਵਿੱਚ ਜਿਹੜੇ ਕਰੈਕਟਰ ਸੀਗੇ ਉਹ ਡੇਲੀ ਲਾਈਫ ਦੇ ਵਿੱਚੋਂ ਲਏ ਹੋਏ ਸੀਗੇ ਅਤੇ ਸੋਸ਼ਲ ਕੰਟੈਕਸਟ ਦੇ ਵਿੱਚ ਉਹਨੇ ਲਿਖਿਆ ਸੀਗਾ। ਅਤੇ ਇਹ ਆਰ ਕੇ ਨਾਰਾਇਣ ਨੂੰ ਮਤਲਬ ਕਈ ਰਾਈਟਰਸ ਨੇ ਵਿਲੀਅਮ ਫੋਕਨਰ ਨਾਲ ਮਤਲਬ ਕੰਪੇਅਰ ਕੀਤਾ ਹੈ। ਕਿਉਂ ਕੀਤਾ ਹੈ? ਕਿਉਂਕਿ ਵਿਲੀਅਮ ਫੋਕਨਰ ਨੇ ਵੀ ਮਤਲਬ ਇੱਕ ਫਿਕਸ਼ਨਲ ਟਾਊਨ ਸੀ ਜਿਹੜਾ ਆਪਦੀ ਰਾਈਟਿੰਗਸ ਦੇ ਵਿੱਚ ਕ੍ਰੀਏਟ ਕਰਿਆ ਸੀਗਾ। ਇਹ ਤੁਹਾਨੂੰ ਮੈਂ ਨਹੀਂ ਦੱਸਾਂਗਾ, ਤੁਸੀਂ ਆਪ ਗੂਗਲ ਸਰਚ ਕਰਨਾ ਅਤੇ ਉਸ ਟਾਊਨ ਨੂੰ ਦੇਖਣਾ ਵੀ ਵਿਲੀਅਮ ਫੋਕਨਰ ਦਾ ਕਿਹੜਾ ਟਾਊਨ ਸੀ ਜਿਹੜਾ ਆਪਣੀਆਂ ਉਸਦੀਆਂ ਰਾਈਟਿੰਗਸ ਦੇ ਵਿੱਚ ਉਹਨੇ ਕ੍ਰੀਏਟ ਕੀਤਾ ਸੀਗਾ। ਸੇਮ ਇਸੇ ਤਰੀਕੇ ਨਾਲ ਆਰ ਕੇ ਨਾਰਾਇਣ ਨੇ ਜਿਹੜਾ ਸੀਗਾ ਮਲਗੂ ਦੀ ਨਾਮ ਦਾ ਜਿਹੜਾ ਫਿਕਸ਼ਨਲ ਟਾਊਨ ਸੀਗਾ ਉਹ ਆਪਣੀ ਰਾਈਟਿੰਗ ਦੇ ਵਿੱਚ ਕ੍ਰੀਏਟ ਕੀਤਾ ਸੀਗਾ। ਮੋਸਟਲੀ ਜਿਹੜੀਆਂ ਦੀ ਰਾਈਟਿੰਗ ਸੀਗੀਆਂ ਉਹ ਮਲਗੂ ਦੇ ਟਾਊਨ ਦੇ ਵਿੱਚ ਹੀ ਸੈੱਟ ਹੁੰਦੀਆਂ ਸੀ। ਹਾਂ, ਨੈਕਸਟ ਪੁਆਇੰਟ ਦੇ ਵਿੱਚ ਹੈ ਕਿ ਨਾਰਾਇਣ ਦੀ ਸ਼ੋਰਟ ਸਟੋਰੀ ਵੀ ਕੰਪੇਅਰ ਕੀਤੀਆਂ ਗਈਆਂ ਨੇ ਗੇ ਡੀ ਮੋਪੈਸੈਂਟ ਦੇ ਨਾਲ। ਰਾਈਟਰ ਦਾ ਨਾਮ ਹੈ ਇਹ। ਅਤੇ ਇਹ ਕੰਪੇਅਰ ਕਿਹਨੇ ਕੀਤਾ ਸੀ ਇਸ ਰਾਈਟਰ ਦੇ ਨਾਲ, ਉਹ ਸੀਗੀ ਝੁੰਪਾ ਲਾਹਿੜੀ। ਝੁੰਪਾ ਲਾਹਿਰੀ ਜਿਹੜੀ ਇੰਡੀਅਨ ਰਾਈਟਰ ਸੀਗੀ ਉਸਨੇ ਮਤਲਬ ਕੰਪੇਅਰ ਕੀਤਾ ਸੀਗਾ ਆਰ ਕੇ ਨਾਰਾਇਣ ਦੇ ਨਾਲ ਗੇ ਡੀ ਮੋਪੈਸੈਂਟ ਨੂੰ, ਕਿਉਂਕਿ ਆਰ ਕੇ ਨਾਰਾਇਣ ਦੀ ਇੱਕ ਐਬਿਲਿਟੀ ਸੀਗੀ ਨਰੇਟਿਵ ਨੂੰ ਕੰਪਰੈਸ ਕਰਦਾ ਸੀ, ਮਤਲਬ ਥੋੜ੍ਹੀ ਸਟੋਰੀ ਦੇ ਵਿੱਚ ਥੋੜ੍ਹੇ ਵਰਡ ਦੇ ਵਿੱਚ ਬਹੁਤ ਕੁਛ ਕਹਿ ਦਿੰਦਾ ਸੀਗਾ। ਇਸੇ ਕਰਕੇ ਇਸ ਮਤਲਬ ਰਾਈਟਰ ਦੇ ਨਾਲ ਇਹਨੂੰ ਕੰਪੇਅਰ ਕੀਤਾ ਗਿਆ।
ਨੈਕਸਟ ਆਪਾਂ ਉਹਦੇ ਲਾਈਫ ਐਂਡ ਕਰੀਅਰ ਬਾਰੇ ਦੇਖਦੇ ਹਾਂ। ਜਨਮ ਤੁਹਾਨੂੰ ਪਤਾ ਹੀ ਹੈ, ਪਿੱਛੇ ਦੱਸਿਆ ਵੀ ਹੈ ਕਿ 1906 ਦੇ ਵਿੱਚ। ਡੇਟ ਤੁਸੀਂ ਯਾਦ ਰੱਖਣੀ ਹੈ, ਡੇਟ ਬਹੁਤ ਪ੍ਰੋਮੀਨੈਂਟ ਹੈ, 10 ਅਕਤੂਬਰ 1906 ਅਤੇ ਡੈਥ ਸੀ 13 ਮਈ 2001। ਜਨਮ 1906 ਦੇ ਵਿੱਚ ਇਹਦੀ ਮਦਰਾਸ ਦੇ ਵਿੱਚ, ਇਹਦੀ ਡੈਥ ਵੀ ਸੇਮ ਸਿਟੀ ਦੇ ਵਿੱਚ, ਮਤਲਬ ਸਿਟੀ ਦੇ ਵਿੱਚ ਹੋਈ ਸੀ, ਮਦਰਾਸ ਦੇ ਵਿੱਚ। ਉਸ ਟਾਈਮ ਜਦੋਂ ਜਨਮ ਹੋਇਆ ਸੀ ਮਦਰਾਸ, ਚੇਨਈ, ਅੱਜ ਤਾਂ ਚੇਨਈ ਕਹਿੰਦੇ ਆ ਉਸ ਥਾਂ ਨੂੰ, ਉਸ ਟਾਈਮ ਮਦਰਾਸ ਕਹਿੰਦੇ ਸੀ ਕਿਉਂਕਿ ਬ੍ਰਿਟਿਸ਼ ਅੰਪਾਇਰ ਦੇ ਦੌਰਾਨ ਉਸਦਾ ਨਾਮ ਮਦਰਾਸ ਸੀਗਾ। ਜਦੋਂ ਇੰਡੀਆ ਆਜ਼ਾਦ ਹੋਇਆ ਉਸ ਤੋਂ ਬਾਅਦ ਉਸਨੂੰ ਚੇਨਈ ਕਿਹਾ ਜਾਣ ਲੱਗਿਆ। ਤਾਂ ਡੈਥ ਵੀ ਸੇਮ ਪਲੇਸ ਦੇ ਵਿੱਚ ਹੋਈ ਸੀ, ਜਨਮ ਵੀ ਸੇਮ ਪਲੇਸ ਦੇ ਵਿੱਚ। ਤਾਂ ਉਹਦੀ ਫੈਮਿਲੀ ਬਾਰੇ ਕੁਛ ਇੰਟਰੋਡਕਸ਼ਨ, ਇਹ ਬਰੀਫ ਇੰਟਰੋਡਕਸ਼ਨ ਕਿ ਉਹਦੀ 8 ਬ੍ਰਦਰ ਸੀਗੇ, ਉਹ 8 ਮਤਲਬ ਭੈਣ ਭਾਈ ਸੀ, ਉਹਨਾਂ 'ਚੋਂ 6 ਸਨ ਸੀਗੇ ਅਤੇ 2 ਡਾਟਰ ਸੀਗੀਆਂ ਉਹਦੇ ਫਾਦਰ ਦੇ। ਅਤੇ 2 ਜਿਹੜੇ ਉਹਦੇ ਬ੍ਰਦਰ ਸੀਗੇ, ਉਹਨਾਂ ਦਾ ਕਾਫੀ ਰੋਲ ਹੈ ਇਸ ਦੀ ਲਾਈਫ ਦੇ ਵਿੱਚ। ਇੱਕ ਸੀ ਰਾਮਾ ਚੰਦਰਨ, ਜਿਹਨੇ ਜੈਮਨੀ ਸਟੂਡੀਓ, ਉਹਦਾ ਐਡੀਟਰ ਸੀਗਾ ਉਹ ਬੰਦਾ। ਅਤੇ ਇੱਕ ਸੀਗਾ ਲਕਸ਼ਮਣ ਕਾਰਟੂਨਿਸਟ ਵੀ ਹੋਇਆ ਬਹੁਤ ਵੱਡਾ। ਲਕਸ਼ਮਣ ਨੇ ਇਲੂਸਟ੍ਰੇਟ ਕਰਿਆ ਆਰ ਕੇ ਨਾਰਾਇਣ ਦੀਆਂ ਕਾਫੀ ਰਾਈਟਿੰਗਸ ਨੂੰ, ਜਿਹੜੀਆਂ ਮਿਥੋਲੋਜੀਕਲ ਹੁੰਦੀਆਂ ਸੀਗੀਆਂ, ਜਿਵੇਂ ਮਹਾਭਾਰਤ, ਰਾਮਾਇਣਾ ਲਿਖੀਆਂ ਸੀ ਬਾਅਦ ਦੇ ਵਿੱਚ ਉਹਨੇ, ਤਾਂ ਉਹਨਾਂ ਨੂੰ ਇਲੂਸਟ੍ਰੇਟ ਕਰਨ ਦਾ ਕੰਮ ਸੀਗਾ ਉਹ ਲਕਸ਼ਮਣ ਨੇ ਕੀਤਾ ਸੀਗਾ। ਤਾਂ ਲਕਸ਼ਮਣ ਦਾ ਵੀ ਬਹੁਤ ਵੱਡਾ ਰੋਲ ਹੈ, ਤੁਸੀਂ ਦੋਨੋਂ ਯਾਦ ਰੱਖਣੇ ਨੇ ਨਾਮ। ਲਕਸ਼ਮਣ, ਇਹਦਾ ਆਰ ਕੇ ਨਾਰਾਇਣ ਜਿਹੜਾ ਫਾਦਰ ਸੀਗਾ ਉਹ ਟੀਚਰ ਸੀਗਾ, ਕਿਉਂਕਿ ਉਸ ਦੀਆਂ ਟ੍ਰਾਂਸਫਰ ਹੁੰਦੀਆਂ ਰਹਿੰਦੀਆਂ ਸੀਗੀਆਂ। ਅਤੇ ਇਹਦੀ ਜਿਹੜੀ ਕੇਅਰ ਹੈ ਆਰ ਕੇ ਨਾਰਾਇਣ ਦੀ, ਉਹ ਉਹਦੀ ਨਾਨੀ ਕੋਲ ਜ਼ਿਆਦਾ ਟਾਈਮ ਰਿਹਾ ਹੈ। ਉਹਦੀ ਨਾਨੀ ਦਾ ਨਾਮ ਸੀ ਪਾਰਵਤੀ, ਅਤੇ ਨਾਨੀ ਨੇ ਇਹਦਾ ਪਿਆਰ ਨਾਲ ਨਾਮ ਰੱਖਿਆ ਸੀ ਕੁੰਜੱਪਾ। ਇਹ ਤੁਸੀਂ ਯਾਦ ਰੱਖਣਾ, ਇਹਦਾ ਨਿਕਨੇਮ ਸੀਗਾ ਆਰ ਕੇ ਨਾਰਾਇਣ ਦਾ। ਨਾਰਾਇਣ ਨੇ ਮਤਲਬ ਸ਼ੁਰੂ ਤੋਂ ਹੀ ਕਿਤਾਬਾਂ, ਬੁੱਕਸ ਪੜ੍ਹਨ ਦਾ ਸ਼ੌਂਕ ਸੀਗਾ। ਉਹਨੇ ਡੀਕਨਸ ਵੀ ਪੜ੍ਹਿਆ, ਉਹਨੇ ਵੋਡ ਹਾਊਸ ਪੜ੍ਹਿਆ, ਆਰਥਰ ਕੋਨਨ ਡੋਇਲ ਪੜ੍ਹਿਆ, ਥੋਮਸ ਹਾਰਡੀ, ਕਾਫੀ ਅੱਛੇ ਰਾਈਟਰ ਪੜ੍ਹਦਾ ਹੁੰਦਾ ਸੀਗਾ। ਅਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ, ਮਤਲਬ ਜਿਹੜਾ ਪੁਆਇੰਟ ਤੁਸੀਂ ਧਿਆਨ ਰੱਖਣਾ, ਉਹ ਆਰ ਕੇ ਨਾਰਾਇਣ ਦੀ ਜਿਹੜੀ ਗ੍ਰੈਜੂਏਸ਼ਨ ਕਿੱਥੋਂ ਹੋਈ ਸੀ, ਮਹਾਰਾਜਾ ਕਾਲਜ ਆਫ ਮੈਸੂਰ ਤੋਂ। ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਹੈ ਵੀ ਆਰ ਕੇ ਨਾਰਾਇਣ ਦਾ ਪਹਿਲਾ ਪਬਲਿਸ਼ਡ ਵਰਕ ਕਿਹੜਾ ਸੀਗਾ। ਪਹਿਲੀ ਵਾਰੀ ਜਿਹੜੀ ਉਹਦੀ ਪਬਲਿਸ਼ ਹੋਈ ਸੀ ਮਤਲਬ ਕੋਈ ਚੀਜ਼, ਉਹ ਸੀਗੀ ਇੱਕ ਬੁੱਕ ਦੇ ਉੱਪਰ ਰਿਵਿਊ ਲਿਖਿਆ ਸੀ ਉਹਨਾਂ ਨੇ, ਡਿਵੈਲਪਮੈਂਟ ਆਫ ਮੈਰੀਟਾਈਮ ਲਾਜ਼ ਆਫ 7th ਸੈਂਚੁਰੀ ਇੰਗਲੈਂਡ ਦੇ ਉੱਪਰ। ਇਸ ਬੁੱਕ ਦੇ ਉੱਪਰ ਰਿਵਿਊ ਲਿਖਿਆ ਸੀ, ਇਹ ਪਬਲਿਸ਼ ਹੋਈ ਸੀ, ਇਹਦਾ ਰਿਵਿਊ ਪਬਲਿਸ਼ ਹੋਇਆ ਸੀ। ਤਾਂ ਇਹ ਧਿਆਨ ਰੱਖਣਾ ਤੁਸੀਂ। ਜਿੱਦਾਂ ਪਹਿਲਾ ਨਾਵਲ ਪੁੱਛਿਆ ਜਾਵੇ ਤਾਂ ਸਵਾਮੀ ਐਂਡ ਹਿਜ਼ ਫਰੈਂਡ ਸੀਗਾ। ਅਤੇ ਜੇਕਰ ਕੋਈ ਬੁੱਕ ਰਿਵਿਊ ਪੁੱਛਿਆ, ਪਹਿਲਾ ਪਬਲਿਸ਼ਡ ਵਰਕ ਪੁੱਛਿਆ ਜਾਵੇ ਤਾਂ ਤੁਹਾਡਾ ਆਨਸਰ ਇਹ ਆਊਗਾ, ਡਿਵੈਲਪਮੈਂਟ ਆਫ ਮੈਰੀਟਾਈਮ ਲਾ ਆਫ 7th ਸੈਂਚੁਰੀ। ਉਸ ਤੋਂ ਬਾਅਦ ਜਦੋਂ ਮਤਲਬ ਹੌਲੀ ਹੌਲੀ ਨੇ ਰਾਈਟਿੰਗਸ ਲਿਖਣੀਆਂ, ਨਿਊਜ਼ਪੇਪਰ ਵਾਸਤੇ ਲਿਖਣਾ ਸਟਾਰਟ ਕਰਤਾ, ਮੈਗਜ਼ੀਨ ਵਾਸਤੇ ਲਿਖਣਾ ਸਟਾਰਟ ਕਰਤਾ, ਬਟ ਇਹ ਚੀਜ਼ਾਂ ਨੇ ਮਤਲਬ ਜ਼ਿਆਦਾ ਪੇਡ ਨਹੀਂ ਕਰਿਆ ਉਹਨੂੰ, ਕਿਉਂਕਿ ਉਹਨੂੰ ਉਹਦੀਆਂ ਨੀਡਸ ਵਾਸਤੇ ਉਹਨੂੰ ਪੈਸੇ ਹੋਰ ਚਾਹੀਦੇ ਸੀ। ਹੌਲੀ ਹੌਲੀ ਫਿਰ ਉਹਨਾਂ ਨੇ ਮਤਲਬ ਨਾਵਲ ਲਿਖਣੇ ਸਟਾਰਟ ਕਰਤੇ। ਪਹਿਲੀ ਵਾਰੀ ਸਵਾਮੀ ਐਂਡ ਹਿਜ਼ ਫਰੈਂਡਸ ਜਿਹੜਾ ਨਾਵਲ ਸੀਗਾ, ਸਵਾਮੀ ਐਂਡ ਫਰੈਂਡਸ, ਉਹ ਨਾਵਲ ਲਿਖਿਆ ਉਹਨਾਂ ਨੇ। ਕਦੋਂ ਲਿਖਿਆ ਇਹ ਤੁਸੀਂ ਧਿਆਨ ਰੱਖਣਾ, ਇਹ ਲਿਖਿਆ ਗਿਆ ਸੀਗਾ 1930 ਦੇ ਵਿੱਚ, 1930 ਦੇ ਵਿੱਚ ਲਿਖਿਆ ਗਿਆ ਸੀ, ਬਟ ਪਬਲਿਸ਼ ਹੋਇਆ ਸੀ 1935 ਦੇ ਵਿੱਚ। ਤਾਂ ਇਹ ਤੁਸੀਂ ਧਿਆਨ ਰੱਖਣਾ, ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ। ਲਿਖਿਆ 1930 ਦੇ ਵਿੱਚ ਗਿਆ ਸੀਗਾ, ਅਤੇ ਬਟ ਮਤਲਬ ਕਿਸੇ ਵੀ ਪਬਲਿਸ਼ਰ ਨੇ ਇਸ ਨੂੰ ਲਿਖਣ ਵਾਸਤੇ, ਇਹਨੂੰ ਪਬਲਿਸ਼ ਕਰਨ ਵਾਸਤੇ ਰਾਜ਼ੀ ਨਹੀਂ ਹੋਏ ਸੀਗੇ, ਮਤਲਬ ਹਰ ਇੱਕ ਨੇ ਮਜ਼ਾਕ ਉਡਾਇਆ। ਉਸ ਤੋਂ ਬਾਅਦ ਆਰ ਕੇ ਨਾਰਾਇਣ ਨੇ ਆਪਦਾ ਜਿਹੜਾ ਮੈਨੂਸਕ੍ਰਿਪਟ ਸੀਗੇ, ਲਿਖੀ ਹੋਈਆਂ ਰਾਈਟਿੰਗ ਸੀ, ਇਹ ਸਵਾਮੀ ਐਂਡ ਫਰੈਂਡਸ ਦਾ ਨਾਵਲ ਸੀਗਾ, ਉਹ ਕਿਸੇ ਹੱਥ ਮਤਲਬ ਆਪਣੇ ਦੋਸਤ ਦੇ ਹੱਥ ਭੇਜਦਾ ਆਕਸਫੋਰਡ। ਤਾਂ ਉੱਥੇ ਉਹਦਾ ਫਰੈਂਡ ਹੈ ਜਿਹੜਾ, ਉਹ ਗ੍ਰਾਹਮ ਗ੍ਰੀਨ ਨੂੰ ਦਿਖਾਉਂਦਾ ਹੈ। ਤਾਂ ਗ੍ਰਾਹਮ ਗ੍ਰੀਨ ਫਾਈਨਲੀ ਇਸ ਨੂੰ ਰਿਕਮੈਂਡ ਕਰ ਦਿੰਦਾ ਬੁੱਕ ਨੂੰ, ਅਤੇ ਪਬਲਿਸ਼ ਹੋ ਜਾਂਦੀ ਹੈ ਫਿਰ ਬਾਅਦ 'ਚ 1935 ਦੇ ਵਿੱਚ। ਤਾਂ ਇਹ ਤੁਸੀਂ ਧਿਆਨ ਰੱਖਣਾ ਕਿ ਇਹ ਲਿਖਿਆ ਜਿਹੜਾ ਅਸਲ ਦੇ ਵਿੱਚ ਜਾਂਦਾ 1930 ਦੇ ਵਿੱਚ ਜਾਂਦਾ ਹੈ, ਅਤੇ ਪਬਲਿਸ਼ ਹੁੰਦਾ 1935 ਦੇ ਵਿੱਚ। ਗ੍ਰਾਹਮ ਗ੍ਰੀਨ ਜਿਹੜਾ ਹੁੰਦਾ ਇਹਦਾ ਫਰੈਂਡ ਹੁੰਦਾ, ਉਹਦਾ ਬਹੁਤ ਵੱਡਾ ਰੋਲ ਹੁੰਦਾ ਇਸ ਬੁੱਕ ਨੂੰ ਪਬਲਿਸ਼ ਕਰਵਾਉਣ ਦੇ ਵਿੱਚ। ਇਹ ਬੁੱਕ ਸੀ ਜਿਹੜੀ ਪਹਿਲੀਆਂ ਜਿਹੜੀ 3 ਬੁੱਕਸ ਸੀ ਮੇਨ, ਉਹਨਾਂ 'ਚੋਂ
ਉਹ 3 ਬੁੱਕਸ ਸੀ ਜਿਹੜੀਆਂ ਉੱਪਰ ਪੜ੍ਹੀਆਂ ਨੇ ਆਪਾਂ। ਫਸਟ ਪੇਜ ਦੇ ਵਿੱਚ ਦੇਖ ਲਓ ਤੁਸੀਂ ਧਿਆਨ ਨਾਲ, ਸਵਾਮੀ ਐਂਡ ਹਿਸ ਫਰੈਂਡ, ਦ ਇੰਗਲਿਸ਼ ਟੀਚਰ, ਦ ਬੈਚਲਰ ਆਫ ਆਰਟ। ਇਹ ਤਿੰਨੇ ਮਤਲਬ ਕਾਫੀ ਸੈਮੀ ਆਟੋਬਾਇਓਗ੍ਰਾਫੀਕਲ ਨੇ, ਇਹਦੀ ਲਾਈਫ ਨਾਲ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਨੇ। ਤਾਂ ਇਹ ਸਵਾਮੀ ਐਂਡ ਫਰੈਂਡ ਸੀਗਾ, ਇਹ ਵੀ ਸੈਮੀ ਆਟੋਬਾਇਓਗ੍ਰਾਫੀਕਲ ਨਾਵਲ ਹੈ ਇਹਦਾ। ਤਾਂ ਆਪਦੀ ਜਿਹੜੀ ਚਾਈਲਡਹੁੱਡ ਦੀ ਸਟੋਰੀਜ਼ ਨੇ, ਇੰਸੀਡੈਂਟਸ ਨੇ, ਉਹਨਾਂ ਨਾਲ ਕਾਫੀ ਉਹਨਾਂ ਦੇ ਆਲੇ ਦੁਆਲੇ ਘੁੰਮਦਾ ਇਹ। ਤਾਂ ਤੁਸੀਂ ਧਿਆਨ ਰੱਖਣਾ। ਹੁਣ ਇਸ ਦੀ ਡੇਟ ਯਾਦ ਰੱਖਣੀ ਹੈ ਕਿ ਲਿਖਿਆ, ਜੇ ਤੁਹਾਨੂੰ ਕੁਐਸਚਨ ਆ ਜਾਏ, MCQ ਆ ਜਾਏ ਕਿ ਸਵਾਮੀ ਐਂਡ ਫਰੈਂਡ ਲਿਖਿਆ ਕਦੋਂ ਗਿਆ ਸੀਗਾ, ਲਿਖਿਆ ਗਿਆ ਸੀ 1930 ਦੇ ਵਿੱਚ ਤੇ ਪਬਲਿਸ਼ ਹੋਇਆ ਸੀ 1935 ਦੇ ਵਿੱਚ। ਕਿਹਦਾ ਰੋਲ ਸੀਗਾ? ਗ੍ਰਾਹਮ ਗ੍ਰੀਨ ਦਾ। ਨੈਕਸਟ ਚੱਲਦੇ ਹਾਂ। ਹਾਂ, ਇਹ ਮਤਲਬ ਜਿਹੜਾ ਇੰਨਾ ਕੁ ਪੋਰਸ਼ਨ ਹੈ ਇਹਦੀ ਮੈਰਿਜ ਨਾਲ ਜੁੜਿਆ ਹੋਇਆ। ਜਿਸ ਟਾਈਮ ਮਤਲਬ ਉਹਦਾ ਵੈਕੇਸ਼ਨ ਵਾਸਤੇ ਜਾਂਦਾ 1933 ਦੇ ਵਿੱਚ ਆਪਦੀ ਸਿਸਟਰ ਕੋਲੇ ਕੋਇੰਬਟੂਰ, ਤਾਂ ਉੱਥੇ ਇੱਕ ਕੁੜੀ ਨਾਲ ਮਤਲਬ ਅਟਰੈਕਟ ਹੋ ਜਾਂਦਾ ਕੁੜੀ ਵੱਲ। ਤਾਂ ਉਹਦਾ ਨਾਮ ਹੁੰਦਾ ਰਾਜਮ। ਰਾਜਮ ਨਾਲ ਇਹਦੀ ਮਤਲਬ ਮੈਰਿਜ ਹੋ ਜਾਂਦੀ ਹੈ, ਮਤਲਬ ਫਾਈਨਲੀ ਮਤਲਬ ਸੈਟਲ ਹੋ ਜਾਂਦੀ ਹੈ, ਮੈਰਿਜ ਸੈੱਟ ਹੋ ਜਾਂਦੀ ਹੈ। ਅਤੇ ਹੁਣ ਇਹਨਾਂ ਦੀ ਜਿਹੜੀ ਮੈਰਿਜ ਲਾਈਫ ਕੋਈ ਕਾਫੀ ਵਧੀਆ ਨਹੀਂ ਹੁੰਦੀ, ਕਿਉਂਕਿ ਇਹਦੀ ਜਿਹੜੀ ਵਾਈਫ ਹੁੰਦੀ ਆ ਉਹ 3 ਸਾਲਾਂ ਬਾਅਦ ਐਕਸਪਾਇਰ ਹੋ ਜਾਂਦੀ ਹੈ 1939 ਦੇ ਵਿੱਚ। ਮਤਲਬ 6 ਸਾਲਾਂ ਬਾਅਦ ਐਕਸਪਾਇਰ ਹੋ ਜਾਂਦੀ ਹੈ ਅਤੇ ਪਿੱਛੇ ਇੱਕ ਕੁੜੀ ਨੂੰ ਛੱਡ ਜਾਂਦੀ ਹੈ, ਮਤਲਬ ਬੇਟੀ ਹੁੰਦੀ ਹੈ ਇਹਦੇ ਕੋਲ। ਅਤੇ ਉਸ ਤੋਂ ਬਾਅਦ ਡੈਥ ਹੋ ਜਾਂਦੀ ਹੈ ਉਹਦੀ। ਅਤੇ ਮੈਰਿਜ ਤੋਂ ਬਾਅਦ ਮਤਲਬ ਇਹਨੇ ਇੱਕ ਨਿਊਜ਼ਪੇਪਰ ਵਾਸਤੇ ਲਿਖਣਾ ਸਟਾਰਟ ਕਰਤਾ ਸੀ। ਨਿਊਜ਼ਪੇਪਰ ਦਾ ਨਾਮ ਸੀ ਦ ਜਸਟਿਸ। ਤੁਸੀਂ ਧਿਆਨ ਰੱਖਿਓ, ਠੀਕ ਹੈ। ਇਸ ਤੋਂ ਬਾਅਦ ਹੁਣ ਅੱਗੇ ਦੇਖਦੇ ਹਾਂ ਆਪਾਂ। ਗ੍ਰਾਹਮ ਗ੍ਰੀਨ ਦਾ ਮਤਲਬ ਕਾਫੀ ਇਨਫਲੂਐਂਸ ਹੋਇਆ ਸੀ ਇਹਦੇ ਉੱਪਰ। ਤਾਂ ਗ੍ਰਾਹਮ ਗ੍ਰੀਨ ਨੇ ਹੀ ਮਤਲਬ ਇਹਨੂੰ ਜਿਹੜਾ ਆਪਦਾ ਨਾਮ ਸ਼ਾਰਟ ਕਰਨ ਵਾਸਤੇ ਕਿਹਾ ਸੀਗਾ, ਜਿਵੇਂ ਕਿ ਕਾਫੀ ਵੱਡਾ ਨਾਮ ਸੀ ਨਾ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਛੋਟਾ ਕਰ ਲਓ ਨਾਮ। ਜਿਹੜਾ ਆਰਕਿਨ ਰੈਂਡ ਨਾਮ ਮਿਲਿਆ ਸੀਗਾ ਇਹਨੂੰ, ਉਹ ਗ੍ਰਾਹਮ ਗ੍ਰੀਨ ਨੇ ਸੁਜੈਸਟ ਕੀਤਾ ਸੀ ਇਹਨਾਂ ਨੂੰ ਕਿ ਤੁਸੀਂ ਆਪਦਾ ਨਾਮ ਹੈ ਉਹ ਜਿਹੜਾ ਛੋਟਾ ਕਰ ਲਓ। ਕਿਹਨੇ ਸੈਟ ਕੀਤਾ ਸੀਗਾ? ਗ੍ਰਾਹਮ ਗ੍ਰੀਨ ਨੇ। ਨੈਕਸਟ ਨਾਵਲ ਜਿਹੜਾ ਇਹਦਾ ਪਬਲਿਸ਼ ਹੁੰਦਾ 1937 ਦੇ ਵਿੱਚ। ਪਹਿਲਾ ਨਾਵਲ ਕਦੋਂ ਪਬਲਿਸ਼ ਹੋਇਆ ਸੀਗਾ? 1935 ਦੇ ਵਿੱਚ, ਸਵਾਮੀ ਐਂਡ ਫਰੈਂਡਸ। ਰੋਲ ਕਿਹਦਾ ਸੀਗਾ ਪਬਲਿਸ਼ ਕਰਵਾਉਣ ਦੇ ਵਿੱਚ? ਗ੍ਰਾਹਮ ਗ੍ਰੀਨ ਦਾ। ਅਤੇ ਨੈਕਸਟ ਜਿਹੜਾ ਨਾਵਲ ਹੁੰਦਾ ਪਬਲਿਸ਼ ਉਹ ਹੁੰਦਾ ਬੈਚਲਰ ਆਫ ਆਰਟਸ। ਤਾਂ ਇਹ ਵੀ ਸੈਮੀ ਆਟੋਬਾਇਓਗ੍ਰਾਫੀਕਲ ਨਾਵਲ ਆ ਉਹਦਾ। ਉਹਦੇ ਜਿਹੜੇ ਐਕਸਪੀਰੀਅੰਸ ਨੇ ਕਾਲਜ ਦੇ ਵਿੱਚ ਉਹਦੇ ਨਾਲ ਜੁੜਿਆ ਹੋਇਆ ਕਿਤੇ ਨਾ ਕਿਤੇ, ਅਤੇ ਅਡੋਲਸੈਂਟ ਜਿਹੜੀ ਲਾਈਫ ਹੈ ਉਹਦੇ ਨਾਲ ਵੀ ਜੁੜਿਆ ਹੋਇਆ। ਅਤੇ ਇਹ ਵੀ ਨਾਵਲ ਸੀ ਜਿਹੜਾ ਗ੍ਰੀਨ ਦੀ ਰਿਕਮੈਂਡੇਸ਼ਨ ਦੇ ਉੱਪਰ ਪਬਲਿਸ਼ ਹੋਇਆ ਸੀ। ਅਤੇ ਨੈਕਸਟ ਨਾਵਲ ਸੀਗਾ ਦ ਡਾਰਕ ਰੂਮ, 1938 ਦੇ ਵਿੱਚ ਪਬਲਿਸ਼ ਹੁੰਦਾ। ਤਾਂ ਤੁਸੀਂ ਇਹਨਾਂ ਦੀ ਡੇਟਸ ਜ਼ਰੂਰ ਯਾਦ ਰੱਖਣੀਆਂ ਨੇ। ਤਾਂ ਇਹ ਡੋਮੈਸਟਿਕ ਡਿਸਹਾਰਮਨੀ ਦੇ ਉੱਪਰ ਜੁੜਿਆ ਹੋਇਆ ਹੈ ਕਿ ਜਿਹੜੀ ਵਾਈਫ ਹੈ ਉਹ ਕਿਵੇਂ ਵਿਕਟਿਮ ਹੋ ਜਾਂਦੀ ਹੈ ਇੱਕ ਫੈਮਿਲੀ ਦੇ ਵਿੱਚ। ਮਤਲਬ ਜਿਹੜੀ ਅਨਸਕਸੈਸਫੁਲ ਮੈਰਿਜ ਹੁੰਦੀ ਹੈ ਉਹਦੇ 'ਚ ਕਿਵੇਂ ਇੱਕ ਵੂਮੈਨ ਦਾ ਰੋਲ ਕਿਹਾ ਜਾਂ ਵੂਮੈਨ ਦੀ ਮਤਲਬ ਸਥਿਤੀ ਕਹੀ ਜਿਹੀ ਹੋ ਜਾਂਦੀ ਹੈ। ਤਾਂ ਉਹਦੇ ਉੱਪਰ ਦ ਡਾਰਕ ਰੂਮ। ਤਾਂ ਤੁਸੀਂ ਇਹ 3 ਨਾਵਲਸ ਹੁਣ ਆਪਾਂ ਦੇਖ ਲਏ। ਪਹਿਲਾ ਸੀਗਾ ਸਵਾਮੀ ਐਂਡ ਫਰੈਂਡਸ, ਕਦੋਂ ਪਬਲਿਸ਼ ਹੋਇਆ ਸੀ? 1935 ਦੇ ਵਿੱਚ। ਲਿਖਿਆ ਕਦੋਂ ਗਿਆ ਸੀਗਾ? 1930 ਦੇ ਵਿੱਚ। ਅਤੇ ਦੂਜਾ ਸੀਗਾ ਬੈਚਲਰ ਆਫ ਆਰਟਸ, ਪਬਲਿਸ਼ ਕਦੋਂ ਹੋਇਆ ਸੀ? 1937 ਦੇ ਵਿੱਚ। ਥਰਡ ਸੀਗਾ ਦ ਡਾਰਕ ਰੂਮ, ਪਬਲਿਸ਼ ਕਦੋਂ ਹੋਇਆ ਸੀ? 1938 ਦੇ ਵਿੱਚ। ਤਾਂ ਤੁਸੀਂ ਤਿੰਨੇ ਮਤਲਬ ਹੁਣ ਤੱਕ ਯਾਦ ਰੱਖਣੇ ਨੇ। ਉਹਦੀ ਵਾਈਫ ਦਾ ਕੀ ਨਾਮ ਸੀਗਾ? ਰਾਜਮ। ਐਕਸਪਾਇਰ ਕਦੋਂ ਹੋ ਗਈ ਸੀ? 1939 ਦੇ ਵਿੱਚ। ਮੈਰਿਜ ਕਦੋਂ ਹੋਈ ਸੀ? 1933 ਦੇ ਵਿੱਚ। ਤਾਂ ਯਾਦ ਰੱਖਣੇ ਨੇ ਸਭ ਤਿੰਨੇ ਚੀਜ਼ਾਂ। ਅਤੇ ਨੈਕਸਟ ਜਿਹੜੀ ਸੀਗੀ, ਹਾਂ, ਉਹਦੀ ਵਾਈਫ ਟਾਈਫਾਈਡ ਕਰਕੇ ਐਕਸਪਾਇਰ ਹੋ ਜਾਂਦੀ ਹੈ ਤਾਂ 1939 ਦੇ ਵਿੱਚ। ਅਤੇ ਉਹਦੀ ਡਾਟਰ ਹੁੰਦੀ ਹੈ ਹੇਮਾ। ਡਾਟਰ ਹੁੰਦੀ ਹੈ ਹੇਮਾ, ਇਹ ਤੁਸੀਂ ਧਿਆਨ ਰੱਖਿਓ। ਜਿਹੜੀ ਜਦੋਂ ਇਹਦੀ ਵਾਈਫ ਦੀ ਡੈਥ ਹੋ ਜਾਂਦੀ ਹੈ ਤਾਂ ਇਹਨੂੰ ਬਹੁਤ ਵੱਡਾ ਸਦਮਾ ਲੱਗਦਾ ਹੈ। ਅਤੇ ਉਸ ਤੋਂ ਬਾਅਦ ਜਿਹੜਾ ਨਾਵਲ ਆਉਂਦਾ ਇਹਦਾ ਦ ਇੰਗਲਿਸ਼ ਟੀਚਰ, 1945 ਦੇ ਵਿੱਚ ਪਬਲਿਸ਼ ਹੁੰਦਾ। ਉਹ ਕਿਤੇ ਨਾ ਕਿਤੇ ਇਹਦੀ ਪਰਸਨਲ ਲਾਈਫ ਦੇ ਨਾਲ ਜੁੜਿਆ ਹੋਇਆ ਹੁੰਦਾ। ਅਤੇ ਇਹਨਾਂ ਨੇ ਆਰਕਿਨ ਰੈਂਡ ਨੇ ਇੱਕ ਇੰਟਰਵਿਊ ਦੇ ਵਿੱਚ ਵੀ ਕਨਫੈਸ ਕੀਤਾ ਸੀਗਾ ਕਿ ਜਿਹੜਾ ਇਹ ਨਾਵਲ ਹੈ ਦ ਇੰਗਲਿਸ਼ ਟੀਚਰ, ਇਹ ਵੀ ਆਟੋਬਾਇਓਗ੍ਰਾਫੀਕਲ ਹੈ, ਮੇਰੀ ਖੁਦ ਦੀ ਲਾਈਫ ਨਾਲ ਜੁੜਿਆ ਹੋਇਆ ਹੈ। ਅਤੇ ਸੈਟਿੰਗ ਤੁਹਾਨੂੰ ਪਤਾ ਹੀ ਹੈ ਮਲਗੁਰੀ ਦੇ ਵਿੱਚ ਸੀਗਾ, ਮਲਗੁਰੀ ਟਾਊਨ ਦੇ ਵਿੱਚ ਜਿਹੜਾ ਤਾਂ ਫਿਕਸ਼ਨਲ ਟਾਊਨ ਕ੍ਰੀਏਟ ਕੀਤਾ ਹੋਇਆ ਸੀਗਾ। ਇਹ ਤੁਹਾਨੂੰ ਪਤਾ ਹੀ ਹੈ ਕਿ ਫਸਟ 2 ਬੁੱਕਸ ਜਿਹੜੀਆਂ ਆਟੋਬਾਇਓਗ੍ਰਾਫੀਕਲ ਸੀਗੀਆਂ, ਸਵਾਮੀ ਐਂਡ ਹਿਸ ਫਰੈਂਡਸ, ਸਵਾਮੀ ਐਂਡ ਫਰੈਂਡਸ, ਦ ਬੈਚਲਰ ਆਫ ਆਰਟਸ ਅਤੇ ਦ ਇੰਗਲਿਸ਼ ਟੀਚਰ ਇੱਕ ਅੱਗੇ।
ਉਸ ਤੋਂ ਬਾਅਦ ਮਤਲਬ ਬਹੁਤ ਜ਼ਿਆਦਾ ਕਾਫੀ ਪਾਪੂਲਰ ਹੋ ਜਾਂਦੇ ਨੇ ਇਹਨਾਂ ਦੇ ਨਾਵਲ। ਫਿਰ ਇਹਨਾਂ ਨੂੰ ਹੌਲੀ ਹੌਲੀ ਮਤਲਬ ਜਰਨਲਸ ਦੇ ਉੱਪਰ ਨਿਊਜ਼ਪੇਪਰ ਵਾਸਤੇ ਲਿਖਣਾ ਸਟਾਰਟ ਕਰ ਦਿੰਦੇ ਨੇ, ਜਰਨਲ ਵਾਸਤੇ, ਮੈਗਜ਼ੀਨਸ ਵਾਸਤੇ ਲਿਖਣਾ ਸਟਾਰਟ ਕਰ ਦਿੰਦੇ ਨੇ। ਇੱਕ ਮੈਗਜ਼ੀਨ ਵਾਸਤੇ ਲਿਖਣਾ ਸਟਾਰਟ ਕਰਦਾ, ਉਹਦਾ ਨਾਮ ਹੁੰਦਾ ਇੰਡੀਅਨ ਥਾਟ। ਤਾਂ ਇਹਦੇ ਚਾਚੇ ਨੇ ਮਤਲਬ ਇਹਦੀ ਬਹੁਤ ਹੈਲਪ ਕਰੀ ਹੁੰਦੀ ਹੈ, ਜੋ ਕਿ ਕਾਰ ਸੇਲਸਮੈਨ ਹੁੰਦਾ। ਉਹਦੀ ਮਤਲਬ ਇੰਨੀ ਜਾਣ ਪਛਾਣ ਹੁੰਦੀ ਹੈ, ਉਹਦੇ ਕਰਕੇ ਮਤਲਬ ਇਹਦੇ ਖੁਦ ਦੇ ਇੰਨੇ ਸਬਸਕ੍ਰਾਈਬ ਬਣ ਜਾਂਦੇ ਨੇ ਉਸ ਦੇ ਇਨ ਦਾ ਇੰਡੀਅਨ ਥਾਟ 'ਤੇ। ਬਟ ਇਹ ਮਤਲਬ ਇੰਨਾ ਸਕਸੈਸਫੁਲ ਨਹੀਂ ਰਹਿੰਦਾ ਇਹ ਜਿਹੜਾ ਮੈਗਜ਼ੀਨ ਹੁੰਦਾ ਹੈ ਜਾਂ ਜਰਨਲ ਹੁੰਦਾ ਹੈ, ਕਿਉਂਕਿ ਇਹ ਖੁਦ ਮਤਲਬ ਇੰਟਰਸਟ ਨਹੀਂ ਲੈਂਦਾ ਉਹਦੇ ਵਿੱਚ ਪ੍ਰੋਪਰਲੀ ਉਸਨੂੰ ਅੱਗੇ ਲਿਜਾਣ ਵਾਸਤੇ, ਤਾਂ ਉਹ ਬੰਦ ਹੋ ਜਾਂਦਾ ਕੰਮ। ਇਸ ਤੋਂ ਬਾਅਦ ਉਹਦੀ ਫਸਟ ਕਲੈਕਸ਼ਨ ਆਫ ਸਟੋਰੀਜ਼ ਆਉਂਦੀ ਹੈ ਉਸੇ ਟਾਈਮ ਦੇ ਵਿੱਚ, ਮਲਗੁਦੀ ਡੇਜ਼ 1942 ਦੇ ਵਿੱਚ। ਤਾਂ ਤੁਸੀਂ ਇਹ ਧਿਆਨ ਰੱਖਣਾ, ਮਲਗੁਦੀ ਡੇਜ਼ ਜਿਹੜੀ ਸੀ ਕਦੋਂ ਪਬਲਿਸ਼ ਹੋਈ ਸੀ? 1942 ਦੇ ਵਿੱਚ। ਫਸਟ ਕਲੈਕਸ਼ਨ ਆਫ ਸ਼ੋਰਟ ਸਟੋਰੀ ਸੀ ਇਹ। ਅਤੇ ਇਸ ਟਾਈਮ ਮਤਲਬ ਯਾਦ ਕਰੋ ਤੁਸੀਂ ਹਿਸਟਰੀ ਦੇ ਵਿੱਚ, 1942 ਦੇ ਵਿੱਚ ਮਤਲਬ ਸੈਕਿੰਡ ਵਰਲਡ ਵਾਰ ਚੱਲ ਰਿਹਾ ਹੁੰਦਾ ਹੈ। ਤਾਂ ਇੰਗਲੈਂਡ ਨਾਲੋਂ ਮਤਲਬ ਕੱਟ ਆਫ ਹੋ ਜਾਂਦੇ ਨੇ ਪ੍ਰੋਪਰਲੀ, ਆਪਣਾ ਸਾਰੀ ਇੰਡੀਆ ਕੱਟ ਆਫ ਹੋ ਜਾਂਦਾ, ਕਿਉਂਕਿ ਉਸ ਟਾਈਮ ਜਿਹੜਾ ਇੰਗਲੈਂਡ ਹੈ ਉਹ ਚਾਹੁੰਦਾ ਹੁੰਦਾ ਵੀ ਇੰਡੀਆ ਪਾਰਟੀਸਪੇਟ ਕਰੇ ਵਰਲਡ ਵਾਰ ਦੇ ਵਿੱਚ, ਅਤੇ ਆਪਣੇ ਤੋਂ ਬਿਨਾਂ ਪੁੱਛੀ ਉਹ ਮਤਲਬ ਕਹਿ ਦਿੰਦੇ ਨੇ ਕਿ ਇੰਡੀਆ ਪਾਰਟੀਸਪੇਟ ਕਰੂਗਾ। ਤਾਂ ਉਸ ਟਾਈਮ ਮਤਲਬ ਆਪਣੇ ਇੰਗਲੈਂਡ ਨਾਲ ਕਾਫੀ ਫ੍ਰਿਕਸ਼ਨ ਜੀ ਹੋ ਜਾਂਦੀ ਹੈ। ਅਤੇ ਆਪਣੇ ਇੱਥੇ ਵੀ ਇੰਡੀਅਨ ਹਿਸਟਰੀ ਦੇ ਵਿੱਚ ਆਪਾਂ ਜਦੋਂ ਦੇਖਦੇ ਹਾਂ, ਗਾਂਧੀ ਜੀ ਮਤਲਬ ਮੂਵਮੈਂਟ ਚਲਾਉਂਦੇ ਨੇ, ਕੁਇਟ ਇੰਡੀਆ ਮੂਵਮੈਂਟ। ਤਾਂ ਉਹ ਟਾਈਮ ਇੱਕ ਅਜਿਹਾ ਹੁੰਦਾ ਇੰਗਲੈਂਡ ਨਾਲੋਂ ਕੱਟ ਆਫ ਹੋਣ ਕਰਕੇ ਪਬਲਿਸ਼ਿੰਗ ਜਿਹੜਾ ਵਰਕ ਹੁੰਦਾ ਹੈ ਉਹ ਔਖਾ ਹੋ ਜਾਂਦਾ ਇਹਦੇ ਵਾਸਤੇ। ਤਾਂ ਇੱਕ ਆਪਦੀ ਇੱਕ ਨਿਊ ਜਿਹੜੀ ਕੰਪਨੀ ਹੈ, ਪਬਲਿਸ਼ਿੰਗ ਕੰਪਨੀ, ਉਹ ਸਟਾਰਟ ਕਰ ਲੈਂਦੇ ਨੇ, ਜਿਹਦਾ ਨਾਮ ਹੁੰਦਾ ਇੰਡੀਅਨ ਥਾਟ ਪਬਲੀਕੇਸ਼ਨ। ਤਾਂ ਤੁਸੀਂ ਇਹ ਯਾਦ ਰੱਖਣਾ ਕਿ ਇਹਦੀ ਖੁਦ ਦੀ ਜਿਹੜੀ ਕੰਪਨੀ ਦਾ ਕੀ ਨਾਮ ਸੀਗਾ, ਇੰਡੀਅਨ ਥਾਟ ਪਬਲੀਕੇਸ਼ਨ। ਅਤੇ ਹੁਣ ਇੱਕ ਕੁਐਸਚਨ ਹੈ MCQ ਬਣੂਗਾ ਕਿ ਇਹਨਾਂ ਦੀ ਖੁਦ ਦੀ ਪਬਲਿਸ਼ਿੰਗ ਕੰਪਨੀ ਦਾ ਕੀ ਨਾਮ ਸੀਗਾ, ਇੰਡੀਅਨ ਥਾਟ ਪਬਲੀਕੇਸ਼ਨ। ਅਤੇ ਇਹਦੀ ਫਸਟ ਜਿਹੜੀ ਸੀਗੀ ਕਲੈਕਸ਼ਨ ਆਫ ਸਟੋਰੀ ਕਿਹੜੀ ਸੀਗੀ, ਮਲਗੁਦੀ ਡੇਜ਼। ਕਦੋਂ ਪਬਲਿਸ਼ ਹੋਈ ਸੀ? 1942 ਦੇ ਵਿੱਚ। ਬੈਚਲਰ ਆਫ ਆਰਟਸ ਕਦੋਂ ਪਬਲਿਸ਼ ਹੋਈ ਸੀ? ਬੈਚਲਰ ਆਫ ਆਰਟ ਕਦੋਂ ਪਬਲਿਸ਼ ਹੋਈ ਸੀ? 1937 ਦੇ ਵਿੱਚ। ਅਤੇ ਇੱਕ ਹੋਰ ਸੀ ਇਹਦਾ ਆਟੋਬਾਇਓਗ੍ਰਾਫੀਕਲ ਜਿਹੜਾ ਨਾਵਲ ਸੀਗਾ, ਇਹਦੀ ਵਾਈਫ ਨਾਲ ਜੁੜਿਆ ਹੋਇਆ ਕਿਤੇ ਕਿਤੇ, ਦਾ ਇੰਗਲਿਸ਼ ਟੀਚਰ, ਕਦੋਂ ਪਬਲਿਸ਼ ਹੋਈ ਸੀ? 1945 ਦੇ ਵਿੱਚ। ਤਾਂ ਤੁਸੀਂ ਧਿਆਨ ਰੱਖਣਾ, ਦੇਖੋ 1945 ਦੇ ਵਿੱਚ ਪਬਲਿਸ਼ ਹੋਈ ਸੀ ਦਾ ਇੰਗਲਿਸ਼ ਟੀਚਰ। ਅਸੀਂ ਇੱਥੇ ਅਤੇ ਕੁਛ ਹੋਰ ਕਲੈਕਸ਼ਨ ਆਫ ਸਟੋਰੀਜ਼ ਨੇ। ਦ ਐਸਟਰੋਲੋਜਰ ਡੇ, ਇਹ ਤੁਸੀਂ ਪੜ੍ਹੀ ਹੋਣੀ ਆਲਮੋਸਟ ਸਾਰਿਆਂ ਨੇ, ਜਿਹੜੀ ਇੰਗਲਿਸ਼ ਦੀ MA ਵਾਲੇ ਨੇ ਜਾਂ ਇੰਗਲਿਸ਼ ਪੜ੍ਹਾਉਂਦੇ ਨੇ ਬੱਚਿਆਂ ਨੂੰ। 12th ਕਲਾਸ 11th ਕਲਾਸ ਦੇ ਵਿੱਚ ਇਹ ਮਤਲਬ ਸਟੋਰੀ ਹੈ ਦ ਐਸਟਰੋਲੋਜਰ ਡੇ। ਅਤੇ ਕਲੈਕਸ਼ਨ ਆਫ ਸਟੋਰੀ ਹੈ ਇਹ ਵੀ ਇਹਦੀ ਖੁਦ ਦੀ ਜਿਹੜੀ ਪਬਲਿਸ਼ਿੰਗ ਕੰਪਨੀ ਸੀ ਦਾ ਇੰਡੀਅਨ ਥਾਟ ਪਬਲੀਕੇਸ਼ਨ, ਉਸੇ ਨੇ ਮਤਲਬ ਪਬਲਿਸ਼ ਕੀਤੀ ਸੀਗੀ। ਧਿਆਨ ਰੱਖਿਓ ਐਸਟਰੋਲੋਜਰ ਡੇ। ਅਤੇ ਨੈਕਸਟ ਜਿਹੜੀ ਸ਼ੋਰਟ ਸਟੋਰੀ ਕਲੈਕਸ਼ਨ ਆਈ ਸੀ, ਲੋਲੀ ਰੋਡਸ ਐਂਡ ਅਦਰ ਸਟੋਰੀਜ਼। ਤਾਂ ਇਹ ਅੱਗੇ ਵੀ ਆਉਣਗੀਆਂ, ਮਤਲਬ ਧਿਆਨ ਰੱਖੋ ਇਹਨਾਂ ਨੂੰ ਕਿ ਇਹ ਦੋ ਹੋਰ ਸਟੋਰੀ ਸੀਗੀਆਂ ਕਲੈਕਸ਼ਨ ਆਫ ਸਟੋਰੀ ਦਾ ਐਸਟਰੋਲੋਜਰ ਡੇ 1947 ਦੇ ਵਿੱਚ, ਲੋਲੀ ਰੋਡਸ ਐਂਡ ਅਦਰ ਸਟੋਰੀ 1956 ਦੇ ਵਿੱਚ। ਹਾਂ, ਮੈਂ ਤੁਹਾਨੂੰ ਪਹਿਲਾਂ ਪਿੱਛੇ ਦੱਸਿਆ ਸੀ ਫਸਟ ਪੇਜ ਦੇ ਵਿੱਚ, ਯਾਦ ਕਰੋ ਕਿ ਜੈਮਨੀ ਸਟੂਡੀਓ ਸੀ ਜਿਹੜਾ, ਉਹ ਬਹੁਤ ਇੰਪੋਰਟੈਂਟ ਸਟੂਡੀਓ ਸੀਗਾ। ਕਿਹਨੇ ਕੀਤਾ ਸੀ ਮਤਲਬ ਇਹਦੀ ਸਥਾਪਨਾ? ਇਹਦੇ ਬ੍ਰਦਰ ਨੇ, ਰਾਮਾਚੰਦਰਨ ਨੇ। ਠੀਕ ਹੈ, ਇਸ ਸਟੂਡੀਓ ਵਾਸਤੇ ਉਹਨੇ ਇੱਕ ਸ਼ੋਰਟ ਸਟੋਰੀ ਲਿਖੀ ਸੀ, ਮਿਸ ਮਾਲਿਨੀ 1947 ਦੇ ਵਿੱਚ, ਜਿਹੜੀ ਇੱਕ ਛੋਟੀ ਜਿਹੀ ਮਤਲਬ ਸਕਰੀਨ ਦੇ ਉੱਪਰ ਆਈ ਸੀਗੀ ਇਹ, ਅਤੇ ਕਾਫੀ ਮਤਲਬ ਇਹਨੂੰ ਪੋਪੂਲੈਰਿਟੀ ਮਿਲੀ ਸੀ ਮਿਸ ਮਾਲਿਨੀ ਜਿਹੜੀ ਸਟੂਡੀਓ ਫਿਲਮ ਸੀਗੀ। ਅਤੇ ਉਸ ਤੋਂ ਬਾਅਦ ਇਹਦਾ ਇੱਕ ਨਾਵਲ ਆਉਂਦਾ ਮਿਸਟਰ ਸੰਪਤ, ਅਤੇ ਇਹ ਵੀ ਇੱਕ ਬਹੁਤ ਗ੍ਰੇਟ ਨਾਵਲ ਹੁੰਦਾ। ਅਤੇ ਇਹਨੂੰ ਮਤਲਬ ਮੂਵੀਜ਼ ਦੇ ਵਿੱਚ ਯੂਜ਼ ਕੀਤਾ ਗਿਆ ਹੁੰਦਾ। ਤਾਂ ਹੁਣ ਇੱਕ ਕੁਐਸਚਨ ਬਣ ਗਿਆ ਵੀ ਪਹਿਲਾ ਨਾਵਲ ਕਿਹੜਾ ਸੀ ਜਿਹੜਾ ਕਿ ਮੂਵੀਜ਼ ਐਜ਼ ਅ ਮੂਵੀ ਪਬਲਿਸ਼ ਹੋਇਆ ਸੀ, ਕੰਟੈਂਟ ਮਤਲਬ ਦੇ ਤੌਰ 'ਤੇ।
मूवी ਦੇ ਰੂਪ 'ਚ ਪਬਲਿਸ਼ ਮੂਵੀ ਬਣੀ ਸੀ ਜਿਹਦੇ ਉੱਪਰ, ਉਹ ਸੀਗਾ ਮਿਸਟਰ ਸੰਪਤ। ਤੇ ਜੇ ਸਟੋਰੀ ਪੁੱਛ ਲਏ ਮਤਲਬ, ਜਾਂ ਜੇ ਐ ਪੁੱਛ ਲਿਆ ਮਿਸ ਮਾਲਿਨੀ ਮਤਲਬ ਕਦੋਂ ਹੋਈ ਸੀ 1947 ਦੇ ਵਿੱਚ, ਤਾਂ ਜਿੱਦਾਂ ਐਵੇਂ ਆ ਗਿਆ ਕਿ ਪਹਿਲੀ ਰਾਈਟਿੰਗਸ ਇਹਦੀ ਸੀ ਜਿਹੜੀ ਮੂਵੀ ਬਣੀ ਸੀ ਜਿਹਦੇ ਉੱਪਰ, ਉਹ ਤੀ ਮਿਸ ਮਾਲਿਨੀ। ਤੇ ਜੇ ਐਂ ਪੁੱਛ ਲਏ ਪਹਿਲਾ ਨੋਵਲਸ ਕਿਹੜਾ ਸੀ ਜਿਹਦੇ ਉੱਪਰ ਮੂਵੀ ਬਣੀ ਸੀ, ਉਹ ਮਿਸਟਰ ਸੰਪਤ। ਇਸ ਤੋਂ ਬਾਅਦ 'ਚ ਮਤਲਬ ਗਾਈਡ ਦੇ ਉੱਪਰ ਵੀ ਮੂਵੀ ਬਣੀ ਸੀ, ਬਟ ਉਹ ਬਾਅਦ 'ਚ ਬਣੀ ਸੀ 1965 ਦੇ ਵਿੱਚ, ਉਹ ਆਪਾਂ ਅੱਗੇ ਕਰਾਂਗੇ ਹਲੇ। ਤੇ ਇਹਦੇ ਕੁਛ ਹੋਰ ਵੀ ਮਤਲਬ ਨੋਵਲ ਸੀ ਜਿਨ੍ਹਾਂ ਦੇ ਉੱਪਰ ਮੂਵੀਜ਼ ਬਣੀਆਂ ਸੀ। ਨੈਕਸਟ ਸੀ ਬਹੁਤ ਇੰਪੋਰਟੈਂਟ ਇੱਕ ਹੋਰ ਰਾਈਟਿੰਗ ਸੀ ਇਹਦੀ, ਦ ਫਾਈਨੈਂਸ਼ੀਅਲ ਐਕਸਪਰਟ। ਇਹਦੇ 'ਚ ਮਤਲਬ ਇੱਕ ਕਰੈਕਟਰ ਹੁੰਦਾ ਮਰਗਿਆ। ਮਰਗਿਆ ਜਿਹੜਾ ਹੁੰਦਾ ਉਹ ਇੱਕ ਬਹੁਤ ਫਾਈਨੈਂਸ਼ੀਅਲ ਐਕਸਪਰਟ ਹੁੰਦਾ, ਉਹਦੇ ਆਲੇ ਦੁਆਲੇ ਸਾਰਾ ਜਿਹੜਾ ਘੁੰਮਦਾ ਨਾਵਲ। ਇਹ ਨਾਵਲ ਹੈ ਜਿਹੜਾ ਕੰਨੜ ਲੈਂਗੁਏਜ ਦੇ ਵਿੱਚ ਮਤਲਬ ਮੂਵੀ ਬਣਦੀ ਹੈ ਇਹਦੇ ਉੱਪਰ, ਕੰਨੜ ਲੈਂਗੁਏਜ ਦੇ ਵਿੱਚ ਮੂਵੀ ਬਣਦੀ ਹੈ, ਬਟ ਉਸ ਦਾ ਮਤਲਬ ਮੂਵੀ ਦਾ ਨਾਮ ਹੁੰਦਾ ਹੈ ਮਿਸਟਰ ਮਰਗਿਆ। ਠੀਕ ਹੈ, ਮਰਗਿਆ ਦਾ ਬੈਂਕਰ, ਕੁਛ ਐਵੇਂ ਦੇ ਨਾਮ 'ਤੇ ਮਤਲਬ ਮੂਵੀ ਬਣਦੀ ਹੈ। ਬਟ ਜਿਹੜਾ ਸੰਪਤ ਵਾਲਾ ਨਾਵਲ ਹੁੰਦਾ ਹੈ ਉੱਪਰ 1948 ਦੇ ਵਿੱਚ, ਇਹ ਸੇਮ ਨੇਮ ਦੇ ਉੱਪਰ ਵੀ ਦਾ ਗਾਈਡ ਦੇ ਜਿਹੜਾ ਨੈਕਸਟ ਇੱਕ ਹੋਰ ਇਹਦੀ ਨਾਵਲ ਦੇ ਉੱਪਰ ਮੂਵੀ ਬਣਦੀ ਹੈ ਦਾ ਗਾਈਡ ਦੇ ਉੱਪਰ, ਉਹ ਵੀ ਉਸ ਸੇਮ ਨਾਮ ਦੇ ਉੱਪਰ ਬਣਦੀ ਹੈ ਜਿਹੜੇ ਨਾਮ ਦੇ ਉੱਪਰ ਮਤਲਬ ਨਾਵਲ ਲਿਖਿਆ ਗਿਆ ਸੀ ਦਾ ਗਾਈਡ। ਬਟ ਦਾ ਫਾਈਨੈਂਸ਼ੀਅਲ ਐਕਸਪਰਟ ਵਾਲੀ ਜਿਹੜੀ ਮੂਵੀ ਹੁੰਦੀ ਹੈ ਇਹ ਮਿਸਟਰ ਮਰਗਿਆ ਦੇ ਨਾਮ 'ਤੇ ਬਣਦੀ ਹੈ, ਨਾ ਕਿ ਫਾਈਨੈਂਸ਼ੀਅਲ ਐਕਸਪਰਟ ਦੇ ਨਾਮ 'ਤੇ। ਇਹ ਤੁਸੀਂ ਧਿਆਨ ਰੱਖਣਾ ਸਾਰਿਆਂ ਨੇ। ਇਸ ਤੋਂ ਬਾਅਦ ਇਹਦਾ ਨੈਕਸਟ ਜਿਹੜਾ ਨਾਵਲ ਹੁੰਦਾ ਹੈ ਉਹ ਹੁੰਦਾ ਹੈ ਵੇਟਿੰਗ ਫੋਰ ਦਾ ਮਹਾਤਮਾ 1955 ਦੇ ਵਿੱਚ। ਕੁਐਸਚਨ MCQ ਬਣਦਾ ਹੈ ਵੀ ਇਹ ਓਨਲੀ ਪੋਲੀਟੀਕਲ ਨਾਵਲ ਹੈ ਆਰ ਕੇ ਨਰਾਇਣ ਦਾ ਜਿਹੜਾ ਕਿ ਮਹਾਤਮਾ ਗਾਂਧੀ ਦੇ ਉੱਪਰ ਲਿਖਿਆ ਗਿਆ, ਜਾਂ ਕੋਈ ਵੀ ਪਹਿਲਾ ਓਨਲੀ ਸਿਰਫ ਇਕੱਲਾ ਪੋਲੀਟੀਕਲ ਨਾਵਲ ਹੈ, ਬਾਕੀ ਤਾਂ ਸੋਸ਼ਲ ਕੰਟੈਸਟ ਦੇ ਉੱਪਰ ਮਤਲਬ ਘੁੰਮਦੇ ਨੇ, ਸੋਸ਼ਲ ਲਾਈਫ ਦੇ ਉੱਪਰ ਮਤਲਬ ਸਾਰੇ ਨਾਵਲਸ ਘੁੰਮਦੇ ਨੇ, ਬਟ ਇਹ ਪੋਲੀਟੀਕਲ ਨਾਵਲ ਹੈ ਕਿਉਂਕਿ ਇਹ 'ਚ ਮਹਾਤਮਾ ਗਾਂਧੀ ਬਾਰੇ ਅਤੇ ਉਸ ਟਾਈਮ ਮਤਲਬ ਜਿਹੜੀ ਪੋਲੀਟੀਕਲ ਇਵੈਂਟਸ ਸੀਗੇ ਆਪਣੇ, ਉਹਨਾਂ ਨੂੰ ਕਾਫੀ ਤਰੀਕੇ ਨਾਲ ਕਵਰ ਕੀਤਾ ਗਿਆ ਹੈ ਇਸ ਨਾਵਲ ਦੇ ਵਿੱਚ। ਵੇਟਿੰਗ ਫੋਰ ਦਾ ਮਹਾਤਮਾ ਪਬਲਿਸ਼ ਕਦੋਂ ਹੋਇਆ ਸੀ 1955 ਦੇ ਵਿੱਚ। ਮਤਲਬ ਇਹਨੂੰ ਪੜ੍ਹ ਲਿਓ, ਇੱਕ ਲੂਜ਼ ਪੈਰੋਡੀ ਹੈ ਇਹ, ਮਜ਼ਾਕ ਟਾਈਪ ਬਣਾਇਆ ਹੋਇਆ, ਕਨਵਰਸੇਸ਼ਨ ਹੈ ਭਾਰਤੀ ਅਤੇ ਮਹਾਤਮਾ ਦੀ। ਭਾਰਤੀ ਇਹਨੂੰ ਇਹਦੇ 'ਚ ਜਿਹੜੀ ਮਤਲਬ ਪਰਸੋਨੀਫਿਕੇਸ਼ਨ ਹੈ ਇੰਡੀਆ ਦੀ, ਤਾਂ ਇਹ ਤੁਸੀਂ ਧਿਆਨ ਰੱਖਣਾ। ਅਤੇ ਦਿਸ ਵਨ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਆਰ ਕੇ ਨਰਾਇਣ ਜੀ ਦਾ ਫਸਟ ਜਿਹੜਾ ਯੂਨਾਈਟਡ ਸਟੇਟਸ 'ਚ ਪਹਿਲੀ ਵਾਰੀ ਪਬਲਿਸ਼ ਹੁੰਦਾ 1953 ਦੇ 'ਚ ਇਹਦੇ ਵਰਕਸ ਜਿਹੜੇ ਹੁੰਦੇ ਨੇ, ਤਾਂ ਇਹ ਧਿਆਨ ਰੱਖਣਾ। ਡੇਟਸ ਇੰਨੀ ਇੰਪੋਰਟੈਂਟ ਨਹੀਂ ਹੈਗੀ ਵੈਸੇ, ਬਸ ਤੁਸੀਂ ਪੜ੍ਹ ਲਓ, ਕਈ ਵਾਰੀ MCQ ਸੈੱਟ ਹੋ ਜਾਂਦਾ ਹੁੰਦਾ। ਹਾਂ, ਆਪਾਂ ਥੋੜ੍ਹਾ ਜਿਹਾ ਰਿਵਾਈਜ਼ ਕਰ ਲਈਏ ਹੁਣ ਜਿਹੜਾ ਪਿੱਛੇ ਆਪਾਂ ਕਰਕੇ ਆਏ ਹਾਂ। ਬੈਚਲਰ ਆਫ ਆਰਟਸ ਕਦੋਂ ਪਬਲਿਸ਼ ਹੁੰਦਾ 1937 ਦੇ ਵਿੱਚ। ਅਤੇ ਉਹ ਕਿਹੜਾ ਨਾਵਲ ਹੈ ਜਿਹੜਾ ਇਹਦੀ ਵਾਈਫ ਦੇ ਆਲੇ ਦੁਆਲੇ ਘੁੰਮਦਾ, ਦ ਇੰਗਲਿਸ਼ ਟੀਚਰ, ਕਦੋਂ ਪਬਲਿਸ਼ ਹੁੰਦਾ 1945 ਦੇ ਵਿੱਚ। ਅਤੇ ਇਹਨਾਂ ਦੀ ਫਸਟ ਜਿਹੜੀ ਸਟੋਰੀ ਸ਼ੋਰਟ ਸਟੋਰੀ ਹੁੰਦੀ ਹੈ ਉਹਦਾ ਕੀ ਨਾਮ ਹੁੰਦਾ ਮਲਗੁਦੀਜ਼ ਡੇਜ਼, ਪਬਲਿਸ਼ ਕਦੋਂ ਹੁੰਦਾ 1947 ਦੇ ਵਿੱਚ, ਦੇਖੋ ਸੋਰੀ 1942 ਦੇ ਵਿੱਚ। ਅਤੇ ਇਹਦੀ ਖੁਦ ਦੀ ਪਬਲਿਸ਼ਿੰਗ ਕੰਪਨੀ ਦਾ ਕੀ ਨਾਮ ਹੁੰਦਾ ਇੰਡੀਅਨ ਥੋਟ ਪਬਲੀਕੇਸ਼ਨ। ਅਤੇ ਦਾ ਫਾਈਨੈਂਸ਼ੀਅਲ ਐਕਸਪਰਟ ਕਦੋਂ ਪਬਲਿਸ਼ ਹੁੰਦਾ 1951 ਦੇ ਵਿੱਚ। ਕਿੱਥੋਂ ਪਬਲਿਸ਼ ਹੁੰਦਾ USA ਦੇ ਵਿੱਚੋਂ। ਤਾਂ ਧਿਆਨ ਰੱਖਣਾ ਇੰਡੀਅਨ ਦਾ ਫਾਈਨੈਂਸ਼ੀਅਲ ਐਕਸਪਰਟ ਜਿਹੜਾ ਹੁੰਦਾ ਇਹ ਇੰਡੀਆ ਤੋਂ ਪਬਲਿਸ਼ ਨਹੀਂ ਹੁੰਦਾ, ਇਹ USA ਤੋਂ ਪਬਲਿਸ਼ ਹੁੰਦਾ ਇਹ, ਕਿਉਂਕਿ ਉਸ ਟਾਈਮ ਇਹਦੀ ਖੁਦ ਦੀ ਵੀ ਇੰਡੀਅਨ ਥੋਟ ਪਬਲੀਕੇਸ਼ਨ ਬਣ ਚੁੱਕੀ ਸੀਗੀ, ਹੈ ਨਾ। ਬਟ ਇਹ ਉਸ ਟਾਈਮ ਉਰੇ ਨਹੀਂ ਸੀਗਾ, ਉਸ ਟਾਈਮ ਇਹ USA ਦੇ ਵਿੱਚ ਗਿਆ ਹੋਇਆ ਸੀ ਅਤੇ ਉੱਥੇ ਇਹਨੇ ਪਬਲਿਸ਼ ਕਰਵਾਇਆ ਸੀ ਦਾ ਫਾਈਨੈਂਸ਼ੀਅਲ ਐਕਸਪਰਟ। ਕਿਹਦੇ ਆਲੇ ਦੁਆਲੇ ਘੁੰਮਦਾ ਕਰੈਕਟਰ ਦੇ ਆਲੇ ਦੁਆਲੇ, ਮਰਗਿਆ ਕਰੈਕਟਰ ਜਿਹੜਾ ਹੁੰਦਾ ਉਸ 'ਤੇ। ਅਤੇ ਨੈਕਸਟ MCQ ਬਣ ਸਕਦਾ ਕਿ ਆਰ ਕੇ ਨਰਾਇਣ ਦਾ ਪੋਲੀਟੀਕਲ ਨਾਵਲ ਕਿਹੜਾ ਵੇਟਿੰਗ ਫੋਰ ਦਾ ਮਹਾਤਮਾ। ਠੀਕ ਹੈ ਜੀ। ਹਾਂ, ਹੁਣ ਨੈਕਸਟ ਕਰਦੇ ਹਾਂ। ਹਾਂ,
ਅੱਗੇ ਜਦੋਂ ਉਹ USA ਗਿਆ ਹੁੰਦਾ ਉਸ ਟਾਈਮ ਮਤਲਬ ਇਹਨਾਂ ਨੇ ਕੁਛ ਲੈਟਰਸ ਲਿਖੇ ਹੁੰਦੇ ਨੇ ਹੈ ਨਾ, ਅਤੇ ਉਹ ਲੈਟਰਸ ਮਤਲਬ ਪਬਲਿਸ਼ ਹੁੰਦੇ ਨੇ ਇੱਕ ਬੁੱਕ ਦੇ ਵਿੱਚ, ਮਾਈ ਡੇਟਲੈਸ ਡੈਰੀ। ਤਾਂ ਇਹ ਇਹਨਾਂ ਦਾ ਨੋਨ ਫਿਕਸ਼ਨਲ ਵਰਕ ਹੈ, ਨੋਨ ਫਿਕਸ਼ਨ ਵਰਕ। ਤੁਸੀਂ ਧਿਆਨ ਰੱਖਣਾ ਹੈ, ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਆਰ ਕੇ ਨਰੈਣ ਦਾ ਜਿਹੜਾ ਫਸਟ ਨੋਨ ਫਿਕਸ਼ਨ ਵਰਕ ਹੈ ਉਹ ਕਿਹੜਾ ਹੈ। ਡੇਟਲੈਸ ਡੈਰੀ ਤੋਂ ਬਾਅਦ ਪਹਿਲਾਂ ਇੱਕ ਹੋਰ ਇਹਦਾ ਮਤਲਬ ਰਾਈਟ ਉਹ ਹੀ ਪਬਲਿਸ਼ ਹੋਇਆ ਸੀਗਾ, ਉਹਦਾ ਨਾਮ ਸੀਗਾ ਜਸਟ ਵੇਟ, ਨੈਕਸਟ ਸੰਡੇ। ਨੈਕਸਟ ਸੰਡੇ ਐਂਡ ਮਾਈ ਡੇਟਲੈਸ ਡੈਰੀ ਦੋਨੇ ਸੇਮ ਈਅਰ ਦੇ ਵਿੱਚ ਪਬਲਿਸ਼ ਹੋਏ ਸੀਗੇ 1960 ਦੇ ਵਿੱਚ। ਦੇਖੋ ਆ ਸੀ ਸੌਰੀ ਦਿਸ ਵਨ, ਨੈਕਸਟ ਸੰਡੇ ਮਾਈ ਡੇਟਲੈਸ ਡੈਰੀ, ਇਹ ਨੋਨ ਫਿਕਸ਼ਨ ਵਰਕ ਸੀਗੇ। ਤੇ ਧਿਆਨ ਰੱਖਣਾ ਹੈ, ਤੁਹਾਨੂੰ ਕੁਐਸਚਨ ਐਂ ਵੀ ਬਣ ਸਕਦਾ ਹੈ ਵੀ ਇਹਨਾਂ 'ਚੋਂ ਕਿਹੜਾ ਫਿਕਸ਼ਨ ਵਰਕ ਹੈ ਕਿਹੜਾ ਨੋਨ ਫਿਕਸ਼ਨ ਵਰਕ ਹੈ, ਐਂ ਪੁੱਛ ਸਕਦੇ ਨੇ ਤੁਹਾਨੂੰ। ਤਾਂ ਤੁਸੀਂ ਧਿਆਨ ਰੱਖਣਾ ਹੈ, ਨੈਕਸਟ ਸੰਡੇ ਐਂਡ ਮਾਈ ਡੇਟਲੈਸ ਡੈਰੀ, ਮਾਈ ਡੇਜ਼ ਲੈਫਟੀਨੈਂਟ ਗੁਰੂ, ਇਹ ਅੱਗੇ ਪੜ੍ਹਾਂਗੇ ਕੋਈ ਗੱਲ ਨਹੀਂ ਆਪਾਂ, ਉਹਨਾਂ ਪੇਜਾਂ ਦੇ ਵਿੱਚ ਮੈਂ ਪ੍ਰੋਪਰ ਐਕਸਪਲੇਨ ਕਰਿਆ ਹੋਇਆ। ਤਾਂ ਇਹਨਾਂ ਦਾ ਜਿਹੜਾ ਫਸਟ ਨੋਨ ਫਿਕਸ਼ਨ ਵਰਕ ਸੀਗਾ ਉਹ ਸੀ ਨੈਕਸਟ ਸੰਡੇ 1960 ਦੇ ਵਿੱਚ, ਅਤੇ ਫਿਰ ਮਾਈ ਡੇਟਲੈਸ ਡੈਰੀ ਸੇਮ ਈਅਰ ਦੇ ਵਿੱਚ ਪਬਲਿਸ਼ ਹੋਇਆ, ਇਹ ਸੈਕਿੰਡ ਸੀਗਾ। ਹਾਂ ਸੌਰੀ, ਹਾਂ ਇਹਦੀ ਮਤਲਬ ਜਿਹੜੀਆਂ USA ਦੇ ਵਿੱਚ ਡੇਲੀ ਜਰਨਲ ਦੇ ਜਿੰਨੇ ਵੀ ਮਤਲਬ ਇਹਨਾਂ ਨੇ ਰਾਈਟਿੰਗਸ ਦਿੱਤੀਆਂ ਹੋਈਆਂ ਸੀਗੀਆਂ, ਤਾਂ ਉਹਨਾਂ ਦੀ ਮਤਲਬ ਇਹ ਦੁਬਾਰੇ ਪਬਲਿਸ਼ ਹੁੰਦਾ ਹੈ ਮਾਈ ਡੇਟਲੈਸ ਡੈਰੀ ਬੁੱਕ ਦੇ ਵਿੱਚ। ਤਾਂ ਤੁਸੀਂ ਇਹਨੂੰ ਧਿਆਨ ਰੱਖਣਾ। ਅਤੇ ਉਸ ਤੋਂ ਬਾਅਦ ਇੰਗਲੈਂਡ ਦੇ ਵਿੱਚ ਮਤਲਬ ਜਦੋਂ ਇੰਗਲੈਂਡ ਵਿਜ਼ਿਟ ਹੁੰਦੀ ਹੈ ਇਹਨਾਂ ਦੀ, ਤਾਂ ਨਰੈਣ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਗ੍ਰਾਹਮ ਗ੍ਰੀਨ ਨੂੰ ਮਿਲਦਾ। ਗ੍ਰਾਹਮ ਗ੍ਰੀਨ ਨੂੰ ਮਿਲਿਆ ਨਹੀਂ ਹੁੰਦਾ, ਗ੍ਰਾਹਮ ਗ੍ਰੀਨ ਨੇ ਜਸਟ ਇਹਨਾਂ ਨੂੰ ਰਿਕਮੈਂਡ ਕੀਤੇ ਹੁੰਦੇ ਨੇ, ਮਤਲਬ ਉਹਨਾਂ ਨੇ ਰਿਕਮੈਂਡ ਕੀਤੇ ਸੀ ਇਹਦੀ ਰਾਈਟਿੰਗਸ, ਬਟ ਉਹ ਰਾਈਟਿੰਗ ਕਿਸੇ ਦੇ ਫਰੈਂਡ ਦੇ ਥਰੂ ਗਈਆਂ ਸੀ ਉਹਦੇ ਕੋਲੇ। ਅਤੇ ਪਹਿਲੀ ਵਾਰੀ ਜਦੋਂ ਮਿਲਦਾ ਹੈ ਤਾਂ ਇਸ ਟਾਈਮ ਮਿਲਦਾ ਹੈ 1953 ਤੋਂ ਲੈ ਕੇ 55 ਦੇ ਵਿਚਾਲੇ, ਪ੍ਰੋਪਰ ਮਤਲਬ ਡੇਟਸ ਆਪਾਂ ਨੂੰ ਕੋਲੇ ਹੈ ਨਹੀਂ ਇਹਦੀਆਂ ਕਦੋਂ ਮਿਲਦਾ। ਅਤੇ ਨੈਕਸਟ ਜਿਹੜਾ ਹੈ ਜਦੋਂ ਇੰਡੀਆ ਵਾਪਸ ਆ ਜਾਂਦਾ ਹੈ, ਤਾਂ ਉਸ ਟਾਈਮ ਇਹਦਾ ਜਿਹੜਾ ਮੋਸਟ ਪ੍ਰੋਮੀਨੈਂਟ ਜਿਹੜਾ ਨਾਵਲ ਹੈ ਉਹ ਪਬਲਿਸ਼ ਹੁੰਦਾ ਦਾ ਗਾਈਡ, ਜਿਹਦੇ ਉੱਪਰ ਮੂਵੀ ਵੀ ਬਣਦੀ ਹੈ। ਇਹਨਾਂ ਨੂੰ ਸਾਹਿਤਯ ਅਕਾਦਮੀ ਅਵਾਰਡ ਹੈ ਜਿਹੜਾ ਇਸੇ ਨਾਵਲ ਵਾਸਤੇ ਮਿਲਦਾ ਹੈ 1960 ਦੇ ਵਿੱਚ। ਧਿਆਨ ਰੱਖਣਾ ਹੁਣ, ਇਹਨਾਂ ਨੂੰ ਇਸ ਰਾਈਟਿੰਗ ਵਾਸਤੇ ਇਹਨਾਂ ਨੂੰ ਸਾਹਿਤਯ ਅਕਾਦਮੀ ਅਵਾਰਡ ਮਿਲਦਾ ਹੈ, ਅਤੇ ਮਿਲਦਾ ਕਦੋਂ ਹੈ 2 ਸਾਲ ਬਾਅਦ 1960 ਦੇ ਵਿੱਚ, ਅਤੇ ਪਬਲਿਸ਼ ਕਦੋਂ ਹੁੰਦਾ 1958 ਦੇ ਵਿੱਚ। ਇਹ ਧਿਆਨ ਰੱਖਣਾ ਤੁਸੀਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਨੈਕਸਟ ਸੰਡੇ ਹੈ, ਇਹ ਵੀ ਨੋਨ ਫਿਕਸ਼ਨ ਵਰਕ ਹੈ 1960 ਦੇ ਵਿੱਚ ਪਬਲਿਸ਼ ਹੁੰਦਾ। ਹਾਂ ਤੁਸੀਂ ਧਿਆਨ ਰੱਖਿਓ। ਅਤੇ ਮਾਈ ਡੇਟਲੈਸ ਡੈਰੀ ਵੀ ਸੇਮ ਈਅਰ ਦੇ ਵਿੱਚ ਪਬਲਿਸ਼ ਹੁੰਦੀ ਹੈ 1960 ਦੇ ਵਿੱਚ। ਅਤੇ ਇਹ 'ਚ ਕੀ ਹੁੰਦਾ, ਇਹਨਾਂ ਦੇ ਖੁਦ ਦੇ ਐਕਸਪੀਰੀਅੰਸ ਨੇ ਜਿਹੜੇ 1956 ਦੇ ਵਿੱਚ ਯੂਨਾਈਟਡ ਸਟੇਟ ਦੇ ਵਿੱਚ ਗਏ ਹੁੰਦੇ ਨੇ, ਉਹਨਾਂ ਦਾ ਮਤਲਬ ਉਹਨਾਂ ਬਾਰੇ ਡਿਸਕ੍ਰਿਪਸ਼ਨ ਹੈ, ਹੋਰ ਕੁਛ ਨਹੀਂ ਹੈਗਾ, ਠੀਕ ਹੈ। ਤਾਂ ਇਹ ਦੋ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਨੈਕਸਟ ਸੰਡੇ ਸੀ ਜਿਹੜਾ ਫਸਟ ਨੋਨ ਫਿਕਸ਼ਨ ਵਰਕ ਸੀਗਾ, ਇਹ ਤੁਸੀਂ ਧਿਆਨ ਰੱਖਣਾ। ਦੇਖੋ ਓਕੇ, ਇਹ 'ਚ ਨੈਕਸਟ ਸੰਡੇ ਦੇ ਵਿੱਚ ਕਨਵਰਸੇਸ਼ਨਲ ਐਸੇ ਨੇ ਸਾਰੇ, ਅਤੇ ਕੁਛ ਜਿਹੜਾ ਵੀ ਕੁਛ ਜਰਨਲ ਵਾਸਤੇ ਲਿਖਿਆ ਹੁੰਦਾ ਨਿਊਜ਼ਪੇਪਰ ਦੇ ਵਿੱਚ ਉਹ ਮਤਲਬ ਇਹਦੇ 'ਚ ਪਾਇਆ ਸੀ ਉਹਨਾਂ ਨੇ ਰਾਈਟਿੰਗ ਦੇ ਵਿੱਚ। ਹਾਂ ਇੱਕ ਹੋਰ ਨੋਨ ਫਿਕਸ਼ਨ ਵਰਕ ਹੈ ਮਾਈ ਡੇਜ਼, ਕਦੋਂ ਪਬਲਿਸ਼ ਹੋਇਆ ਸੀਗਾ 1973 ਦੇ ਵਿੱਚ। ਤਾਂ ਇਹ ਧਿਆਨ ਰੱਖਣਾ। ਦੇਖੋ ਹੁਣ ਆਪਾਂ ਥੋੜ੍ਹਾ ਰੁਕ ਜਾਂਦੇ ਉਹਦੇ ਰਿਵਾਈਜ਼ ਕਰਦੇ ਹਾਂ, ਕਿਉਂਕਿ ਇੰਨੀਆਂ ਡੇਟਸ ਤੁਹਾਡੇ ਯਾਦ ਵੀ ਨਹੀਂ ਰਹਿਣੀਆਂ ਇਸ ਤਰੀਕੇ ਨਾਲ, ਤਾਂ ਜੇ ਆਪਾਂ ਕਾਹਲੀ ਕਾਹਲੀ ਚੱਲਾਂਗੇ। ਤਾਂ ਨੋਨ ਫਿਕਸ਼ਨ ਵਰਕ ਸੀਗੇ, ਪਹਿਲੀ ਵਾਰੀ ਕਿਹੜਾ ਹੋਇਆ ਸੀਗਾ ਨੈਕਸਟ ਸੰਡੇ, ਕਦੋਂ ਹੋਇਆ ਸੀ ਪਬਲਿਸ਼ 1960 ਦੇ ਵਿੱਚ। ਅਤੇ ਨੈਕਸਟ ਜਿਹੜਾ ਨੋਨ ਫਿਕਸ਼ਨ ਵਰਕ ਸੀਗਾ ਮਾਈ ਡੇਟਲੈਸ ਡੈਰੀ, ਕਦੋਂ ਹੋਇਆ ਸੀ 1960 ਦੇ ਵਿੱਚ, ਸੇਮ ਈਅਰ ਦੇ ਵਿੱਚ ਦੋ ਹੀ ਨੋਨ ਫਿਕਸ਼ਨ ਵਰਕ ਸੀਗੇ ਪਬਲਿਸ਼ ਹੋਏ ਸੀਗੇ। ਮਾਈ ਡੇਜ਼ ਨੈਕਸਟ ਨੋਨ ਫਿਕਸ਼ਨ ਵਰਕ ਸੀਗਾ 1973 ਦੇ ਵਿੱਚ, ਇਹ ਵੀ ਆਟੋਬਾਇਓਗ੍ਰਾਫੀਕਲ ਹੈ। ਆਲਮੋਸਟ ਨੋਨ ਫਿਕਸ਼ਨ ਵਰਕ ਸੀਗੇ ਜਿਹੜੇ ਉਹ ਇਹਦੀ ਖੁਦ ਦੀ ਲਾਈਫ ਨਾਲ ਜੁੜੇ ਹੋਏ ਐਕਸਪੀਰੀਅੰਸ ਸੀਗੇ, ਜਿਨ੍ਹਾਂ ਨੂੰ ਮਤਲਬ ਇਹ
ਲਿਖ ਰਿਹਾ ਸੀਗਾ, ਕੁਛ ਐਸੇ ਲਿਖੇ, ਕੁਛ ਇਹਦੇ ਐਕਸਪੀਰੀਅੰਸ ਸੀਗੇ, ਉਹਨਾਂ ਤੋਂ ਮਿਲ ਕੇ ਮਤਲਬ ਜੋੜ ਕੇ ਕਹਿਣ ਦਾ ਭਾਵ ਉਹ ਸਾਰੀਆਂ ਰਾਈਟਿੰਗਸ ਇਕੱਠੀਆਂ ਕਰਕੇ ਇਹਨਾਂ ਨੇ ਮਤਲਬ ਨੋਨ ਫਿਕਸ਼ਨ ਵਰਕ ਸੀ ਜਿਹੜਾ ਉਹਨੂੰ ਕੰਪਲੀਟ ਕੀਤਾ ਸੀਗਾ। ਹਾਂ, ਅੱਗੇ ਦੇਖੋ, ਅੱਗੇ ਫਿਰ ਨਾਵਲ ਪਬਲਿਸ਼ ਹੁੰਦਾ ਇਹਦਾ ਦਾ ਮੈਨ ਈਟਰ ਆਫ ਮਲਗੁਦੀਸ। ਕਦੋਂ ਪਬਲਿਸ਼ ਹੁੰਦਾ? 1961 ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਧਿਆਨ ਰੱਖਣਾ। ਇਹ ਉਹਨਾਂ ਦੇ ਮੇਨ ਜਿਹੜਾ ਸਟੋਰੀ ਜਿਹੜੀ ਮੇਨ ਸਟੋਰੀ ਆ ਉਹ ਨਾਗਰਾਜ ਇੱਕ ਪੇਂਟਰ ਦੇ ਆਲੇ ਦੁਆਲੇ ਘੁੰਮਦੀ ਹੈ। ਤੁਸੀਂ ਇਹਨੂੰ ਦੇਖ ਲਿਓ, ਬਸ ਐਂ ਯਾਦ ਰੱਖਣਾ ਵੀ ਕਈ ਵਾਰ ਕੁਐਸਚਨ ਡਾਇਰੈਕਟਲੀ ਪੁੱਛ ਲੈਂਦੇ ਹੁੰਦੇ ਨੇ, ਸਿੰਪਲ ਜਿਹਾ ਕੁਐਸਚਨ ਕਿ ਮੈਨ ਈਟਰ ਆਫ ਮਲਗੁਦੀ ਕਦੋਂ ਪਬਲਿਸ਼ ਹੋਈ ਸੀ? 1961 ਦੇ ਵਿੱਚ। ਕਿਸ ਤਰੀਕੇ ਦੀ ਮਤਲਬ ਇਹ ਹੈ, ਇੱਕ ਕਾਮੇਡੀ ਫੋਮ ਹੈ, ਧਿਆਨ ਰੱਖਣਾ। ਠੀਕ ਹੈ, ਕਾਮੇਡੀ ਹੈ। ਤੇ ਇਹ 'ਚ ਰਾਈਟਰ ਕਿਹੜਾ ਸੀਗਾ? ਨਾਗਰਾਜ ਦਾ ਪ੍ਰੋਫੈਸ਼ਨ ਕੀ ਸੀਗਾ? ਪੇਂਟਰ। ਇਹ ਤੁਸੀਂ ਧਿਆਨ ਰੱਖਣਾ, ਬਸ ਇਹ ਗੱਲਾਂ ਤੁਸੀਂ ਧਿਆਨ ਰੱਖਣੀਆਂ ਨੇ। ਉਸ ਤੋਂ ਬਾਅਦ ਮਤਲਬ ਆਰ ਕੇ ਨਰੈਣ ਕਾਫੀ ਨਿਊਜ਼ਪੇਪਰ ਵਾਸਤੇ ਲਿਖਦਾ। ਦੇਖੋ ਪਹਿਲਾਂ ਆਪਾਂ ਤੁਸੀਂ ਧਿਆਨ ਹੋਣਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਜਦੋਂ ਉਹਦੀ ਮੈਰਿਜ ਹੋ ਜਾਂਦੀ ਹੈ, ਉਸ ਤੋਂ ਬਾਅਦ ਮੈਰਿਜ ਤੋਂ ਡਾਇਰੈਕਟ ਬਾਅਦ ਮਤਲਬ ਇੱਕ ਜਰਨਲ ਵਾਸਤੇ ਲਿਖਣਾ ਸਟਾਰਟ ਕਰਦਾ। ਉਹਦਾ ਨਾਮ ਕੀ ਹੁੰਦਾ? ਦਾ ਜਸਟਿਸ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਉਸ ਤੋਂ ਬਾਅਦ ਇੰਡੀਅਨ ਥੋਟ ਵਾਸਤੇ ਲਿਖਦਾ ਹੈ, ਮਤਲਬ ਫਿਰ ਇਸ ਤੋਂ ਬਾਅਦ ਇੰਡੀਅਨ ਥੋਟ ਪਬਲੀਕੇਸ਼ਨ ਦੀ ਖੁਦ ਦੀ ਪਬਲਿਸ਼ਿੰਗ ਕੰਪਨੀ ਬਣਾ ਲੈਂਦੇ ਨੇ ਇਹ। ਅਤੇ ਫਿਰ ਦਾ ਹਿੰਦੂ ਵਾਸਤੇ ਵੀ ਲਿਖਦਾ ਹੈ, ਫਿਰ ਦਾ ਐਟਲਾਂਟਿਕ ਵਾਸਤੇ ਵੀ ਲਿਖਦਾ ਹੈ। ਨਿਊਜ਼ਪੇਪਰ ਨੇ ਜਿਨ੍ਹਾਂ ਵਾਸਤੇ ਉਹ ਮਤਲਬ ਕੌਲਮਸ ਲਿਖਦਾ ਹੈ, ਰਾਈਟਿੰਗਸ। ਹਾਂ, ਅੱਗੇ ਬਹੁਤ ਇੰਪੋਰਟੈਂਟ ਜਿਹੜਾ ਹੈ ਇਹਨਾਂ ਦੀ ਵਰਕ ਹੈ, ਉਹਦਾ ਨਾਮ ਸੀਗਾ ਗੋਡਸ, ਡੈਮਨ ਐਂਡ ਅਦਰਸ, ਫਸਟ ਮਾਈਥੋਲੋਜੀਕਲ ਵਰਕ। ਇਹ ਧਿਆਨ ਰੱਖਣਾ, ਬਹੁਤ ਇੰਪੋਰਟੈਂਟ ਕੁਐਸਚਨ MCQ ਬਣੂਗਾ ਕਿ ਨਰੈਣ ਦਾ ਜਿਹੜਾ ਫਸਟ ਮਿਥੋਲੋਜੀਕਲ ਵਰਕ ਕਿਹੜਾ ਸੀਗਾ? ਗੋਡਸ, ਡਾਇਮੰਡਸ ਐਂਡ ਅਦਰਸ। ਇਹ ਤੁਸੀਂ ਧਿਆਨ ਰੱਖਣਾ। ਠੀਕ ਹੈ, 1964 ਦੇ ਵਿੱਚ ਕੀ ਹੋਇਆ ਸੀ? ਪਬਲਿਸ਼ ਹੋਇਆ ਸੀਗਾ। ਇਹਨਾਂ ਦੇ ਤਿੰਨ ਜਿਹੜੇ ਸੀ ਆਰ ਕੇ ਨਰੈਣ ਦੇ ਤਿੰਨ ਰਾਈਟਿੰਗ ਸੀ ਜਿਹੜੀਆਂ ਮਿਥੋਲੋਜੀਕਲ ਸੀਗੀਆਂ। ਪਹਿਲੀ ਸੀ ਗੋਡਸ, ਡਾਇਮੰਡ ਐਂਡ ਅਦਰਸ, ਸੈਕਿੰਡ ਸੀਗੀ ਰਾਮਾਇਣਾ, ਥਰਡ ਸੀ ਮਹਾਭਾਰਤਾ। ਠੀਕ ਹੈ, ਤਿੰਨ ਹੀ ਮਤਲਬ ਇੰਪੋਰਟੈਂਟ ਯਾਦ ਰੱਖਣੀਆਂ ਤੁਸੀਂ ਸਾਰਿਆਂ ਨੇ ਜੀ। ਨੈਕਸਟ ਦੇਖਦੇ ਆਪਾਂ। ਹਾਂ, ਯੈਸ, ਹਾਂ, ਮੈਂ ਤੁਹਾਨੂੰ ਦੱਸਿਆ ਸੀ ਨਾ ਸਟਾਰਟਿੰਗ ਦੇ ਵਿੱਚ, ਯਾਦ ਕਰੋ ਕਿ ਇਹਦੇ ਛੋਟੇ ਬ੍ਰਦਰ ਸੀ ਆਰ ਕੇ ਲਕਸ਼ਮਣ ਸੀ ਜਿਹੜਾ ਨਾ, ਆਰ ਕੇ ਲਕਸ਼ਮਣ ਦਾ ਬਹੁਤ ਕਾਰਟੂਨਿਸਟ ਸੀਗਾ ਇਹ, ਧਿਆਨ ਰੱਖਿਓ, ਕਾਰਟੂਨਿਸਟ ਸੀਗਾ। ਇਹਨਾਂ ਨੇ ਜਿਹੜੀ ਮਿਥੋਲੋਜੀਕਲ ਵਰਕ ਸੀਗੇ ਆਰ ਕੇ ਨਰੈਣ ਦੇ, ਉਹਨਾਂ ਨੂੰ ਇਲੂਸਟ੍ਰੇਟ ਕੀਤਾ ਸੀਗਾ। ਠੀਕ ਹੈ, ਜਿਵੇਂ ਮਹਾਭਾਰਤਾਂ ਨੂੰ, ਰਾਮਾਇਣਾ ਨੂੰ, ਗੋਡਸ ਐਂਡ ਡੈਮਨਸ ਨੂੰ, ਇਹਨਾਂ ਨੂੰ ਮਤਲਬ ਇੱਕ ਪਿਕਟੋਰੀਕਲ ਰੀਪ੍ਰਜੈਂਟੇਸ਼ਨ ਦੇ ਵਿੱਚ ਮਤਲਬ ਦਿਖਾਇਆ ਸੀਗਾ ਬੁੱਕਸ ਦੇ ਵਿੱਚ। ਜਦੋਂ ਆਪਾਂ ਬੁੱਕਸ ਦੇਖਦੇ ਹਾਂ, ਦੇਖੋ ਪੜ੍ਹਦੇ ਹਾਂ, ਉਹਦੇ ਸਾਈਡ ਦੇ ਦੂਜੇ ਪੇਜ 'ਤੇ ਇੱਕ ਵਾਰੀ ਫੋਟੋ ਨਹੀਂ ਹੁੰਦੀ, ਤਾਂ ਉਸ ਤਰੀਕੇ ਨਾਲ ਉਹ ਫੋਟੋ ਬਣਾਉਣ ਦਾ ਕੰਮ ਸੀਗਾ ਆਰ ਕੇ ਲਕਸ਼ਮਣ ਨੇ ਕੀਤਾ ਸੀਗਾ। 1967 ਦੇ ਵਿੱਚ ਇਹਦਾ ਇੱਕ ਨੈਕਸਟ ਹੋਰ ਨਾਵਲ ਆਉਂਦਾ ਹੈ, ਦਾ ਵੈਂਡਰ ਆਫ ਸਵੀਟਸ। ਇਸ ਦੇ ਵਿੱਚ ਮਤਲਬ ਦੋ ਜਨਰੇਸ਼ਨ ਦਾ ਜਿਹੜਾ ਗੈਪ ਹੈ, ਉਹਨਾਂ ਦਾ ਕੰਮ ਕਰਨ ਦਾ ਢੰਗ ਹੈ, ਅਤੇ ਉਹਦੇ ਬਾਰੇ ਮਤਲਬ ਦਿਖਾਇਆ ਗਿਆ। ਇਹ 'ਚ ਫਾਦਰ ਜਿਹੜਾ ਜਗਨ ਹੁੰਦਾ ਅਤੇ ਉਹਦਾ ਸਨ ਹੁੰਦਾ ਮਾਲੀ, ਅਤੇ ਉਹਦੀ ਮਾਲੀ ਦੀ ਗਰਲਫਰੈਂਡ ਮਤਲਬ ਉਹਦੇ ਮੁੰਡੇ ਦੀ ਗਰਲਫਰੈਂਡ ਹੁੰਦੀ ਹੈ ਗ੍ਰੇਸ। ਉਹਦੇ ਤੋਂ ਆਲੇ ਦੁਆਲੇ ਜਿਹੜੀ ਸਟੋਰੀ ਘੁੰਮਦੀ ਹੈ। ਮਾਲੀ ਜਿਹੜਾ ਹੁੰਦਾ ਉਹ USA ਤੋਂ ਰਿਟਰਨ ਹੋਇਆ ਹੁੰਦਾ, ਅਤੇ ਮਤਲਬ ਉਹਨਾਂ ਦੇ ਵਿਚਾਰਾਂ ਦੇ ਵਿੱਚ ਭਿੰਨਤਾ ਜਿਹੜੀ ਹੈ ਉਸ ਨੂੰ ਮਤਲਬ ਦਿਖਾਉਂਦਾ ਇਹ ਨਾਵਲ, ਦਾ ਵੈਂਡਰ ਆਫ ਸਵੀਟਸ। ਗ੍ਰੈਜੂਏਸ਼ਨ ਦੇ ਵਿੱਚ ਪੜ੍ਹਿਆ ਹੋਣਾ ਮੈਨੂੰ ਲੱਗਦਾ, ਸਾਡੇ ਵਕਤ ਹੁੰਦਾ ਸੀ ਇਹ, ਦਾ ਵੈਂਡਰ ਆਫ ਸਵੀਟਸ। ਤਾਂ ਹੁਣ ਆਪਾਂ ਉਰੇ ਰੁਕ ਜਾਂਦੇ ਇੱਕ ਵਾਰੀ, ਆਪਾਂ ਥੋੜ੍ਹਾ ਰਿਵਾਈਜ਼ ਕਰਦੇ ਹਾਂ, ਡੇਟਸ ਯਾਦ ਕਰਦੇ ਹਾਂ। ਹਾਂ, ਫਸਟ ਮਿਥੋਲੋਜੀਕਲ ਵਰਕ ਕਿਹੜਾ ਸੀਗਾ ਆਰ ਕੇ ਨਰੈਣ ਦਾ? ਗੋਡਸ, ਡੈਮਨਸ ਐਂਡ ਅਦਰਸ। ਠੀਕ ਹੈ, ਕਦੋਂ ਪਬਲਿਸ਼ ਹੋਇਆ ਸੀ? 1964 ਦੇ ਵਿੱਚ। ਅਤੇ ਕਿਹਨਾਂ ਨੇ ਮਤਲਬ ਇਹਨੂੰ ਇਲੂਸਟ੍ਰੇਟ ਕੀਤਾ ਸੀਗਾ? ਆਰ ਕੇ ਲਕਸ਼ਮਣ ਨੇ, ਇਹਦੇ ਬ੍ਰਦਰ ਨੇ। ਅਤੇ ਵੈਂਡਰ ਆਫ ਸਵੀਟਸ ਕਦੋਂ ਪਬਲਿਸ਼ ਹੋਇਆ ਸੀਗਾ? 1967 ਦੇ ਵਿੱਚ। ਤਾਂ ਇਹ ਧਿਆਨ ਰੱਖਣਾ। ਹਾਂ, ਅੱਗੇ ਪ੍ਰੋਸੀਡ ਕਰਦੇ ਹਾਂ। ਅੱਛਾ, ਮੈਨੂੰ ਐਂ ਦੱਸੋ ਸਾਰੇ ਜਣੇ ਕਿ ਫਸਟ ਜਿਹੜਾ ਸੀਗਾ ਆਰ ਕੇ ਨਰੈਣ ਦਾ ਫਸਟ ਨੋਨ ਫਿਕਸ਼ਨ ਵਰਕ ਕਿਹੜਾ ਸੀਗਾ, ਅਤੇ ਫਸਟ ਸ਼ੋਰਟ ਸਟੋਰੀ ਦਾ ਕੀ ਨਾਮ ਸੀ, ਅਤੇ ਕਦੋਂ ਪਬਲਿਸ਼ ਹੋਈ ਸੀ? ਕਮੈਂਟ ਦੇ ਵਿੱਚ ਲਿਖ ਕੇ ਦੱਸਣਗੇ ਸਾਰੇ ਜਣੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ। ਹਾਂ, ਨੈਕਸਟ ਪ੍ਰੋਸੀਡ ਕਰਦੇ ਹਾਂ।
ਇਸ ਤੋਂ ਬਾਅਦ ਨਾਰਾਇਣ ਸੀ ਜਿਹੜਾ ਉਹਨਾਂ ਨੇ ਇੰਗਲੈਂਡ ਮਤਲਬ ਟਰੈਵਲ ਕਰਦੇ ਨੇ ਅਤੇ ਉਹਨਾਂ ਨੂੰ ਓਨਰੀ ਡਿਗਰੀ ਜਿਹੜੀ ਹੈ ਓਨਰੀ ਡਿਗਰੀ ਮਿਲਦੀ ਹੈ ਯੂਨੀਵਰਸਿਟੀ ਆਫ ਲੀਡਸ ਤੋਂ। ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ, ਕਈ ਵਾਰੀ ਕੁਐਸਚਨ ਸੈੱਟ ਹੋ ਜਾਂਦਾ ਹੁੰਦਾ ਤੋਂ। ਅਤੇ ਉਸ ਤੋਂ ਬਾਅਦ ਉਹਦੀ ਸ਼ੋਰਟ ਸਟੋਰੀ ਦੀ ਇੱਕ ਹੋਰ ਕਲੈਕਸ਼ਨ ਆ ਜਾਂਦੀ ਹੈ ਜਿਹਦਾ ਨਾਮ ਹੁੰਦਾ ਹੋਰਸ ਐਂਡ ਟੂ ਗੋਟਸ। ਕਦੋਂ ਪਬਲਿਸ਼ ਹੁੰਦੀ ਹੈ? 1917 ਦੇ ਵਿੱਚ। ਤਾਂ ਹੁਣ ਤੁਸੀਂ ਧਿਆਨ ਰੱਖੋ, ਹੁਣ ਤੁਸੀਂ ਇੱਕ ਵਾਰੀ ਪਿੱਛੇ ਸੋਚੋ, ਪਹਿਲੀ ਜਿਹੜੀ ਉਹਦੀ ਰਾਈਟਿੰਗ ਸੀ ਉਹ ਮਲਗੂ ਦੀ ਡੇ ਸੀ ਹੈ ਨਾ, 1942 ਦੇ ਵਿੱਚ ਪਬਲਿਸ਼ ਹੋਈ ਸੀ। ਉਸ ਤੋਂ ਬਾਅਦ ਉਹ ਐਸਟਰੋਲੋਜਰ ਡੇ ਆਉਂਦੀ ਹੈ 1947 ਦੇ ਨੇੜੇ ਤੇੜੇ। ਉਸ ਤੋਂ ਬਾਅਦ ਹੋਰ ਇੱਕ ਲੋਲੀ ਰੋਡਸ ਦੇ ਉੱਪਰ ਆਉਂਦੀ ਹੈ। ਫਿਰ ਇਹ ਦਾ ਹੋਰਸ ਐਂਡ ਟੂ ਗੋਟਸ, ਇਹ ਹੋਰਸ ਐਂਡ ਟੂ ਗੋਟਸ, ਇਹ ਧਿਆਨ ਰੱਖਣਾ, ਇਹ ਮਤਲਬ ਉਹਦੀ ਸ਼ੋਰਟ ਸਟੋਰੀ ਦੀ ਕਲੈਕਸ਼ਨ ਹੈ। ਹਾਂ, ਫਿਰ ਇਹਦਾ ਇੱਕ ਹੋਰ ਮਿਥੋਲੋਜੀਕਲ ਵਰਕ ਆਉਂਦਾ ਹੈ ਰਮਾਇਣਾ। ਇਹ ਅਸਲ ਦੇ ਵਿੱਚ ਕੀ ਹੁੰਦਾ ਹੈ, ਇਹਦੇ ਚਾਚੇ ਨੇ ਇਹਨੂੰ ਕਿਹਾ ਹੁੰਦਾ ਵੀ ਤੂੰ ਮਤਲਬ ਟਰਾਂਸਲੇਟ ਕਰਨ ਦਾ ਕੰਮ ਕਰੀ ਜਿਹੜੇ ਮਿਥੋਲੋਜੀਕਲ ਵਰਕਸ ਨੇ ਉਹਨਾਂ ਨੂੰ। ਤਾਂ ਇਹ ਕੰਬਾ ਰਮਾਇਣ ਨੂੰ ਮਤਲਬ ਉਹ ਕਰਦਾ ਹੈ, ਟਰਾਂਸਲੇਟ ਕਰਦਾ ਇੰਗਲਿਸ਼ ਦੇ ਵਿੱਚ ਦਾ ਰਮਾਇਣਾ। ਠੀਕ ਹੈ, ਅਤੇ ਉਹਦਾ ਨਾਮ ਰੱਖਦਾ ਇਹ ਰਮਾਇਣਾ ਟਾਈਟਲ ਦੇ ਅੰਡਰ ਜਿਹੜਾ ਉਹ ਪਬਲਿਸ਼ ਕਰਦਾ 1973 ਦੇ ਵਿੱਚ ਪਬਲਿਸ਼ ਹੁੰਦੀ ਹੈ ਇਹ। ਅਤੇ ਮਹਾਭਾਰਤ ਅੱਗੇ ਪਬਲਿਸ਼ ਹੁੰਦੀ ਹੈ, ਇਹ ਵੀ ਇੱਕ ਬੁੱਕ ਹੈ ਜਿਹੜੀ ਮਤਲਬ ਪਬਲਿਸ਼ ਹੁੰਦੀ ਹੈ 1978 ਦੇ ਨੇੜੇ ਤੇੜੇ। ਯੈਸ, 1978 'ਚ ਦੇਖੋ ਇੱਥੇ ਸੋਰੀ 1978 'ਚ ਹੁੰਦੀ ਹੈ, ਅਤੇ ਰਮਾਇਣਾ 1973 ਦੇ ਵਿੱਚ ਪਬਲਿਸ਼ ਹੁੰਦੀ ਹੈ। ਅੱਛਾ, ਇਹ ਦੱਸੋ ਵੈਂਡਰ ਆਫ ਸਵੀਟਸ ਕਦੋਂ ਪਬਲਿਸ਼ ਹੋਇਆ ਸੀਗਾ? ਕਮੈਂਟ ਦੇ ਵਿੱਚ ਲਿਖ ਕੇ ਦੱਸੋ ਸਾਰੇ ਜਣੇ। ਠੀਕ ਹੈ, ਨੈਕਸਟ ਹੁਣ ਚੱਲਦੇ ਆਪਾਂ। ਉਸ ਤੋਂ ਬਾਅਦ ਮਤਲਬ ਇੱਕ ਹੋਰ ਨਾਵਲ ਜਿਹੜਾ ਪਬਲਿਸ਼ ਹੁੰਦਾ ਉਹਦਾ ਦ ਪੇਂਟਰ ਆਫ ਸਾਇੰਸ। ਇਹ ਕਾਫੀ ਲੰਬਾ ਨਾਵਲ ਹੈ, ਇੱਕ ਨੋਵੇਲਾ ਤੋਂ ਲੰਬਾ ਕਹਿ ਸਕਦੇ ਹਾਂ ਆਪਾਂ। ਇਹ ਵੀ ਮਤਲਬ ਕੁਛ ਅਨਐਡਰੈਸ ਸਬਜੈਕਟ ਜਿਵੇਂ ਸੈਕਸ ਦੇ ਉੱਪਰ ਹੈ। ਠੀਕ ਹੈ, ਇਹਦੇ 'ਚ ਕਰੈਕਟਰ ਨੇ ਦੋ, ਡੈਜ਼ੀ ਐਂਡ ਰਮਨ। ਇਹ ਤੁਸੀਂ ਧਿਆਨ ਰੱਖਣਾ, ਕੁਐਸਚਨ ਆ ਸਕਦਾ ਹੈ ਵੀ ਡੈਜ਼ੀ ਐਂਡ ਰਮਨ ਕਿਹੜੇ ਉਸਦੀ ਰਾਈਟਿੰਗ ਦੇ ਵਿੱਚ ਕਿਹੜੇ ਨਾਵਲ ਦੇ ਵਿੱਚ ਕਰੈਕਟਰ ਨੇ? ਤਾਂ ਉਹ ਨਾਵਲ ਹੈ ਦ ਪੇਂਟਰ ਆਫ ਸਾਇੰਸ। ਹੁਣ ਅੱਗੇ ਦੇਖਦੇ ਹਾਂ। ਯੈਸ, ਨੈਕਸਟ ਜਿਹੜਾ ਨੋਨ ਫਿਕਸ਼ਨ ਵਰਕ ਹੁੰਦਾ ਹੈ ਉਹ ਹੁੰਦਾ ਹੈ ਦ ਐਮਰਾਲਡ ਰੂਟ। ਕਦੋਂ ਪਬਲਿਸ਼ ਹੁੰਦਾ? 1948 ਦੇ ਵਿੱਚ ਨੋਨ ਫਿਕਸ਼ਨ ਵਰਕ ਹੁੰਦਾ ਹੈ। ਕਿਹਨੇ ਪਬਲਿਸ਼ ਕੀਤਾ ਹੁੰਦਾ? ਇੰਡੀਅਨ ਥਾਟ ਪਬਲੀਕੇਸ਼ਨਸ ਨੇ। ਕਲੀਅਰ? ਜਿੱਥੇ ਤੱਕ ਮੈਨੂੰ ਯਾਦ ਹੈ ਇਹ ਅਸਲ ਦੇ ਵਿੱਚ ਕਦੋਂ ਲਿਖਿਆ ਜਾਂਦਾ ਹੈ? ਇਹਨਾਂ ਨੂੰ ਕਰਨਾਟਕਾ ਗੌਰਮੈਂਟ ਹੈ ਜਿਹੜੀ ਉਹ ਕਹਿੰਦੀ ਹੈ ਕਿ ਤੁਸੀਂ ਸਾਡੀ ਮਤਲਬ ਟੂਰਿਜ਼ਮ ਨੂੰ ਬੜਾਵਾ ਦੇਣ ਵਾਸਤੇ ਕੁਛ ਲਿਖੋ ਸਾਡੇ ਕਲਚਰ ਬਾਰੇ। ਤਾਂ ਇਹ ਆਰ.ਕੇ. ਨਰਾਇਣ ਜੀ ਲਿਖਦੇ ਨੇ, ਤਾਂ ਉਹ ਐਮਰਾਲਡ ਰੂਟ ਰਾਈਟਿੰਗ ਦੇ ਵਿੱਚ ਪਬਲਿਸ਼ ਹੋ ਕੇ ਆਉਂਦਾ ਉਹਦਾ। ਠੀਕ ਹੈ, ਕਰਨਾਟਕਾ ਗੌਰਮੈਂਟ ਵੱਲੋਂ ਕਿਹਾ ਹੁੰਦਾ ਇਹਨਾਂ ਨੂੰ। ਤਾਂ ਧਿਆਨ ਰੱਖਣਾ 1980 ਦੇ ਵਿੱਚ ਪਬਲਿਸ਼ ਹੁੰਦਾ ਇਹ। ਅਤੇ ਸੇਮ ਈਅਰ ਦੇ ਵਿੱਚ ਇਹਨਾਂ ਨੂੰ ਅਮੈਰੀਕਨ ਅਕੈਡਮੀ ਆਫ ਆਰਟ ਐਂਡ ਲੈਟਰਸ ਵੱਲੋਂ ਮਤਲਬ ਓਨਰੀ ਮੈਂਬਰ ਜਿਹੜਾ ਉਹ ਇਲੈਕਟ ਕੀਤਾ ਜਾਂਦਾ ਹੈ, ਅਤੇ ਇਹਨਾਂ ਨੂੰ AC ਬੈਂਸਨ ਮੈਡਲ ਮਿਲਦਾ ਹੈ ਰੋਇਲ ਸੁਸਾਇਟੀ ਆਫ ਲਿਟਰੇਚਰ ਵੱਲੋਂ। ਇਹ ਤੁਸੀਂ ਧਿਆਨ ਰੱਖਣਾ, ਅਵਾਰਡਸ ਵਾਲੇ 'ਚ ਵੀ ਕਵਰ ਕਰਾਂਗੇ ਆਪਾਂ ਇਹਨੂੰ। ਅਤੇ ਇਸੇ ਟਾਈਮ ਦੇ ਵਿੱਚ 1980 ਦੇ ਨੇੜੇ ਤੇੜੇ ਨਰਾਇਣ ਦੀ ਜਿਹੜੀਆਂ ਰਾਈਟਿੰਗਸ ਹੁੰਦੀਆਂ ਨੇ ਉਹ ਚਾਈਨੀ ਲੈਂਗੁਏਜ ਦੇ ਵਿੱਚ ਵੀ ਮਤਲਬ ਟਰਾਂਸਲੇਟ ਹੋਣੀਆਂ ਸਟਾਰਟ ਕਰ ਜਾਂਦੀਆਂ ਨੇ, ਕਿਉਂਕਿ ਪਾਪੂਲਰ ਬਹੁਤ ਜ਼ਿਆਦਾ ਹੋ ਜਾਂਦਾ ਉਸ ਟਾਈਮ ਦੇ ਵਿੱਚ। ਨੈਕਸਟ ਜਿਹੜਾ ਨਾਵਲ ਹੁੰਦਾ ਹੈ ਟਾਈਗਰ ਆਫ ਮਲਗੁਦੀ 1983 ਦੇ ਵਿੱਚ। ਕਲੀਅਰ? ਟਾਈਗਰ ਦਾ ਨਾਮ ਪੁੱਛ ਲੈਂਦੇ ਹੁੰਦੇ ਨੇ ਕਈ ਵਾਰੀ MCQ ਦੇ ਵਿੱਚ, ਉਹਦਾ ਨਾਮ ਹੁੰਦਾ ਰਾਜਾ। ਠੀਕ ਹੈ, ਕਿਹਦੇ ਨਾਲ ਜੁੜਿਆ ਹੋਇਆ? ਬੁੱਧਾ ਇਨਲਾਈਟਨਮੈਂਟ ਮਿਥ ਵੀ ਇਹਦੇ 'ਚ ਹੁੰਦੀ ਹੈ ਮਤਲਬ ਇਸ ਨਾਵਲ ਦੇ ਵਿੱਚ। ਤਾਂ ਇਹ ਤੁਸੀਂ ਯਾਦ ਰੱਖਣਾ, ਇਹਦਾ ਮੇਨ ਥੀਮ ਹੁੰਦਾ ਹੈ। ਕਲੀਅਰ? ਹਾਂਜੀ, ਉਰੇ ਤੱਕ ਥੋੜ੍ਹਾ ਜਿਹਾ ਆਪਾਂ ਹੁਣ ਕਿਉਂਕਿ ਕਾਫੀ ਡੇਟਸ ਆ ਗਈਆਂ, ਉਹ ਆਪਾਂ ਐਮਰਾਲਡ ਰੂਟ ਸੀ ਕਦੋਂ ਪਬਲਿਸ਼ ਹੁੰਦਾ 1980 ਦੇ ਵਿੱਚ। ਅਤੇ ਆਰ.ਕੇ. ਨਰਾਇਣ ਨੂੰ ਅਮੈਰੀਕਨ ਅਕੈਡਮੀ ਆਫ ਆਰਟਸ ਦਾ ਕਦੋਂ ਮਤਲਬ ਓਨਰੀ ਮੈਂਬਰ ਬਣਾਇਆ ਜਾਂਦਾ 1980 ਦੇ ਵਿੱਚ। AC ਬੈਂਸਨ ਅਵਾਰਡ ਕਦੋਂ ਮਿਲਦਾ 1980 ਦੇ ਵਿੱਚ। ਚਾਈਨੀਜ਼ ਲੈਂਗੁਏਜ ਦੇ ਵਿੱਚ ਬੁੱਕਸ ਕਦੋਂ ਪਬਲਿਸ਼ ਟਰਾਂਸਲੇਟ ਹੋਣੀਆਂ ਸਟਾਰਟ ਹੋ ਜਾਂਦੀਆਂ ਨੇ? ਸੇਮ ਈਅਰ ਦੇ ਵਿੱਚ। ਅਤੇ ਇਹਦਾ ਨੈਕਸਟ ਜਿਹੜਾ ਨਾਵਲ ਹੁੰਦਾ ਹੈ
ਟਾਈਗਰ ਆਫ ਮਲਗੁਦੀ ਕਦੋਂ ਪਬਲਿਸ਼ ਹੁੰਦਾ 1983 ਦੇ ਵਿੱਚ, ਤੇ ਟਾਈਗਰ ਦਾ ਨਾਮ ਕੀ ਹੁੰਦਾ ਰਾਜਾ। ਕਲੀਅਰ। ਤੇ ਇੱਕ ਨੈਕਸਟ ਜਿਹੜਾ ਨਾਮ ਹੁੰਦਾ ਟਾਕੇਟਿਵ ਵੂਮਨ 1986 ਦੇ ਵਿੱਚ ਹੁੰਦਾ। ਇੱਕ ਜਰਨਲਿਸਟ ਦੀ ਸਟੋਰੀ ਹੈ ਇਹ, ਤਾਂ ਉਹਦੇ ਉੱਪਰ ਤੁਸੀਂ ਧਿਆਨ ਹਾਂ ਤੁਹਾਡਾ ਇੱਕ ਕੰਮ ਹੈ, ਤੁਸੀਂ ਸਰਚ ਮਾਰਨਾ ਹੈ ਜਿਹੜਾ ਟਾਕੇਟਿਵ ਵੂਮਨ ਹੈ, ਸੌਰੀ ਇਹਦਾ ਨੈਕਸਟ ਨਾਵਲ ਹੈ ਟਾਕੇਟਿਵ ਮੈਨ। ਤਾਂ ਇਹ ਇੱਕ ਟੇਲ ਹੈ ਜਰਨਲਿਸਟ ਦੀ 1986 ਦੇ ਵਿੱਚ ਪਬਲਿਸ਼ ਹੁੰਦਾ ਹੈ। ਤੁਸੀਂ ਤੁਹਾਡਾ ਇੱਕ ਕੰਮ ਹੈ, ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਇਹ ਲਿਖਣਾ ਹੈ ਕਿ ਟਾਕੇਟਿਵ ਮੈਨ ਦੇ ਵਿੱਚ ਪ੍ਰੋਮੀਨੈਂਟ ਕਰੈਕਟਰ ਕਿਹੜਾ ਹੈ ਜਿਹਦੇ ਆਲੇ ਦੁਆਲੇ ਸਾਰੀ ਸਟੋਰੀ ਘੁੰਮਦੀ ਹੈ। ਇਹ ਤੁਹਾਡੀ ਅਸਾਈਨਮੈਂਟ ਹੈ। ਹਾਂ ਨੈਕਸਟ ਦੇਖੋ ਜੀ, ਨੈਕਸਟ ਹਾਂ ਇੱਕ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ ਨਾ ਕਿ ਉਹਦੇ 'ਚ ਜਿਹੜੀ ਇਹਦੀ ਮਲਗੁਦੀ ਡੇਜ਼ ਪਹਿਲੀ ਵਾਰੀ ਸਟੋਰੀ ਪਬਲਿਸ਼ ਹੋਈ ਸੀ, ਸਟੋਰੀ ਦੀ ਬੁੱਕ ਪਬਲਿਸ਼ ਹੋਈ ਸੀ, ਉਹ ਕਦੋਂ ਹੋਈ ਸੀ 1942 ਦੇ ਆਸ-ਪਾਸ। ਤੇ ਬਾਅਦ 'ਚ ਵੀ ਪਬਲਿਸ਼ ਹੁੰਦੀ ਹੈ ਇਹ ਬੁੱਕ, ਮਤਲਬ ਰਿਵਾਈਜ਼ਡ ਐਡੀਸ਼ਨ ਜਿਹੜਾ ਇਹਦਾ ਆਉਂਦਾ ਹੈ 1982 ਦੇ ਵਿੱਚ। ਧਿਆਨ ਰੱਖਣਾ ਤੁਸੀਂ ਰਿਵਾਈਜ਼ਡ ਐਡੀਸ਼ਨ ਹੁੰਦਾ, ਕੁਛ ਹੋਰ ਸਟੋਰੀਜ਼ ਐਡ ਹੁੰਦੀਆਂ ਨੇ। ਤੇ ਇੱਕ ਹੋਰ ਵੀ ਸਟੋਰੀ ਜਿਹੜੀ ਆਉਂਦੀ ਹੈ ਸਟੋਰੀ ਕਲੈਕਸ਼ਨ ਹੁੰਦੀ ਹੈ ਬਨੀਅਨ ਟਰੀ ਐਂਡ ਅਦਰ ਸਟੋਰੀਜ਼, ਠੀਕ ਹੈ 1985 ਦੇ ਵਿੱਚ। ਧਿਆਨ ਰੱਖਣਾ। ਹਾਂ ਇਹਦੀਆਂ ਸਟੋਰੀਜ਼ ਬਾਰੇ ਆਪਾਂ ਧਿਆਨ ਦੇਖ ਲੈਂਦੇ ਹਾਂ। ਮਲਗੁਦੀ ਡੇਜ਼ ਆਉਂਦੀ ਹੈ, ਦਾ ਐਸਟ੍ਰੋਲੋਜਰ ਡੇ ਆਉਂਦਾ, ਲੋਲੀ ਰੋਡਸ ਆਉਂਦੀ ਹੈ, ਠੀਕ ਹੈ। ਇਹ ਹੌਰਸ ਐਂਡ ਟੂ ਗੋਟਸ ਦੀ ਸਟੋਰੀ ਹੈ, ਉਹ ਵੀ ਕਲੈਕਸ਼ਨ ਆਫ ਸਟੋਰੀ ਹੈ। ਮਲਗੁਦੀ ਡੇਜ਼ ਰਿਵਾਈਜ਼ਡ ਐਡੀਸ਼ਨ ਆਉਂਦਾ ਹੈ, ਅੰਡਰ ਦਾ ਬਨੀਅਨ ਟਰੀ ਐਂਡ ਅਦਰ ਸਟੋਰੀ ਆਉਂਦਾ 1985 ਦੇ ਵਿੱਚ। ਇਹ ਤੁਸੀਂ ਧਿਆਨ ਰੱਖਣਾ। ਕਈ ਵਾਰੀ ਨਾ MCQ ਇਸ ਤਰੀਕੇ ਨਾਲ ਬਣ ਸਕਦਾ ਹੈ, ਤੁਹਾਨੂੰ ਇਹ ਪੁੱਛ ਲੈਣਗੇ ਕਿ ਇਹਨਾਂ 'ਚੋਂ ਕਿਹੜਾ ਨਾਵਲ ਨਹੀਂ ਹੈਗਾ ਜਾਂ ਕਿਹੜੀ ਸਟੋਰੀਜ਼ ਹੈ, ਠੀਕ ਹੈ। ਕਈ ਵਾਰੀ 4 ਆਪਸ਼ਨ ਤੁਹਾਨੂੰ ਨਾਵਲ, 3 ਆਪਸ਼ਨ ਤੁਹਾਨੂੰ ਨਾਵਲ ਦੇ ਦੇਣ ਅਤੇ ਇੱਕ ਤੁਹਾਨੂੰ ਹੈ ਮਤਲਬ ਸਟੋਰੀ ਕਲੈਕਸ਼ਨ ਦਾ ਦੇ ਦੇਣ, ਤਾਂ ਤੁਹਾਨੂੰ ਐਂ ਪੁੱਛ ਲੈਣ ਵੀ ਇਹਨਾਂ 'ਚੋਂ ਕਿਹੜੀ ਕਲੈਕਸ਼ਨ ਆਫ ਸਟੋਰੀਜ਼ ਹੈ। ਤਾਂ ਇਹ ਤੁਸੀਂ ਅੱਡ ਮਤਲਬ ਯਾਦ ਕਰਨੇ, ਨਾਮ ਆਲਮੋਸਟ ਯਾਦ ਹੋ ਹੀ ਗਏ ਹੋਣੇ ਤੁਸੀਂ ਜੇ ਧਿਆਨ ਨਾਲ ਵੀਡੀਓ ਸੁਣ ਰਹੇ ਹੋ। ਨੈਕਸਟ ਦੇਖੋ 1987 ਦੇ ਵਿੱਚ ਇਸ ਦਾ ਮਤਲਬ ਕੀ ਹੁੰਦਾ ਹੈ, ਇੱਕ ਕਲੈਕਸ਼ਨ ਆਫ ਐਸੇ ਆਉਂਦਾ ਆ ਰਾਈਟਰਸ ਨਾਈਟਮੇਅਰ। ਇਹ ਤੁਸੀਂ ਧਿਆਨ ਰੱਖਣਾ, ਇਹ ਨਾਵਲ ਨਹੀਂ ਹੈਗਾ, ਕਲੈਕਸ਼ਨ ਆਫ ਐਸੇ ਹੈ ਇਹ, ਰਾਈਟਰਸ ਨਾਈਟਮੇਅਰ, ਨੋਟ ਆ ਨਾਵਲਸ। ਕਦੋਂ ਪਬਲਿਸ਼ ਹੁੰਦਾ 1980 ਦੇ ਵਿੱਚ, 1988 ਦੇ ਵਿੱਚ ਸੌਰੀ। ਤਾਂ ਇਹ ਤੁਸੀਂ ਧਿਆਨ ਰੱਖਣਾ, ਇਹ ਬਹੁਤ ਇੰਪੋਰਟੈਂਟ ਮਤਲਬ ਜਿਹੜਾ ਹੈ ਬੁੱਕ ਹੈ। ਇਹਨੂੰ ਤੁਸੀਂ ਨਾਵਲ 'ਚ ਨਹੀਂ ਗਿਣਨਾ, ਇਹ ਕਲੈਕਸ਼ਨ ਆਫ ਐਸੇ ਹੈ ਡਿਫਰੈਂਟ ਟੌਪਿਕਸ ਦੇ ਉੱਪਰ, ਜਿਵੇਂ ਕਾਸਟ ਸਿਸਟਮ ਹੋ ਗਿਆ, ਨੋਬਲ ਪ੍ਰਾਈਜ਼ ਹੋ ਗਿਆ, ਨੋਬਲ ਪ੍ਰਾਈਜ਼ ਵਿਨਰਸ ਦੇ ਉੱਪਰ ਹੋ ਗਿਆ, ਲਵ ਦੇ ਉੱਪਰ ਹੋ ਗਿਆ। ਇਸ ਤਰੀਕੇ ਨਾਲ ਇਹ ਮਤਲਬ ਮੇਨ ਜਿਹੜੇ ਨੇ ਇਹਦੇ ਉਹ ਥੀਮਸ ਨੇ ਜਿਹਦੇ ਉੱਪਰ ਐਸੇ ਲਿਖੇ ਗਏ ਨੇ। ਅੱਗੇ ਬਹੁਤ ਇੰਪੋਰਟੈਂਟ ਗੱਲ ਹੋ ਰਿਹਾ ਕਿ ਆਰ ਕੇ ਨਰੈਣ ਨੂੰ ਕਿਹੜੇ ਟਾਈਮ ਪੀਰੀਅਡ ਦੇ ਦੌਰਾਨ ਮਤਲਬ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀਗਾ। ਉਹ ਸੀਗਾ 1986 ਤੋਂ ਲੈ ਕੇ 1992 ਦੇ ਦੌਰਾਨ ਸੀ ਇਹਨਾਂ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀਗਾ। ਇਸ ਸਮੇਂ ਦੇ ਦੌਰਾਨ ਆਰ ਕੇ ਨਰੈਣ ਨੇ ਬੱਚਿਆਂ ਦੀ ਐਜੂਕੇਸ਼ਨ ਦਾ ਮੁੱਦਾ ਸੀ ਜਿਹੜਾ ਉਹ ਚੱਕਿਆ ਸੀਗਾ, ਠੀਕ ਹੈ। ਮਤਲਬ ਸਕੂਲ ਬੁੱਕਸ ਵੀ ਬਹੁਤ ਹੈਵੀ ਲੋਡਸ ਹੁੰਦਾ ਬੈਗਸ ਦਾ, ਇਸ ਤਰੀਕੇ ਨਾਲ। ਤਾਂ ਇਸ ਦਾ ਮਤਲਬ ਫਾਇਦਾ ਵੀ ਹੋਇਆ, ਸਰਕਾਰ ਦਾ ਧਿਆਨ ਗਿਆ ਉਸ ਪਾਸੇ। ਫਿਰ ਯਸ਼ਪਾਲ ਕਮੇਟੀ ਮਤਲਬ ਬਿਠਾਈ 1992 ਦੇ ਵਿੱਚ। ਤੁਸੀਂ ਜਿਹੜੇ ਮਤਲਬ ਟੈਟ ਕਲੀਅਰ ਕਰਦੇ ਆ ਨਾ, ਟੈਟ ਦੇ ਵਿੱਚ ਇੱਕ ਮਤਲਬ ਯਸ਼ਪਾਲ ਕਮੇਟੀ ਹੀ ਹੈ ਜਿਹੜੀ ਕਰੀਕੁਲਮ ਨਾਲ ਜੁੜੀ ਹੋਈ ਹੈ। ਤਾਂ ਉਹ ਮਤਲਬ ਕਿਤੇ ਨਾ ਕਿਤੇ ਇਸ ਦੀ ਆਵਾਜ਼ ਦੀ ਦੇਣ ਸੀ, ਜਿਹੜੀ ਮਤਲਬ ਇਹ ਰਾਜ ਸਭਾ ਦੇ ਵਿੱਚ ਉਠਾਉਂਦਾ ਸੀਗਾ ਕਿ ਬੱਚਿਆਂ ਦੇ ਬੈਗ ਸੀ ਜਿਹੜੇ ਬਹੁਤ ਭਾਰੀ ਨੇ, ਬੱਚਿਆਂ ਦੀ ਕ੍ਰੀਏਟੀਵਿਟੀ ਮਾਰਨ ਲੱਗ ਰਹੀ ਹੈ, ਕਰੀਕੁਲਮ ਸਹੀ ਤਰੀਕੇ ਨਾਲ ਨਹੀਂ ਹੈਗਾ। ਤਾਂ ਉਸ ਤੋਂ ਬਾਅਦ ਸਰਕਾਰ ਹੈ ਜਿਹੜੀ ਉਹ ਯਸ਼ਪਾਲ ਕਮੇਟੀ ਹੈ ਜਿਹੜੀ ਬਿਠਾਉਂਦੀ ਹੈ। ਇੱਥੋਂ ਬਸ ਇੰਪੋਰਟੈਂਟ ਕੁਐਸਚਨ ਇਹ ਬਣਦਾ ਕਿ ਉਹਨਾਂ ਨੂੰ ਮਤਲਬ ਰਾਜ ਸਭਾ ਦਾ ਮੈਂਬਰ ਕਿੰਨੇ ਸਾਲ ਵਾਸਤੇ ਨੋਮੀਨੇਟ ਕੀਤਾ ਗਿਆ ਸੀ, 6 ਸਾਲ ਵਾਸਤੇ। ਇਹ ਤੁਹਾਨੂੰ ਪਤਾ ਹੀ ਹੈ ਰਾਜ ਸਭਾ ਦਾ ਕਾਰਜਕਾਲ ਜਿਹੜਾ ਹੁੰਦਾ ਉਹ 6 ਸਾਲ ਦਾ ਹੀ ਹੁੰਦਾ, ਠੀਕ ਹੈ। ਤਾਂ ਕਿਹੜਾ ਟਾਈਮ ਪੀਰੀਅਡ ਸੀ ਉਹ ਜ਼ਿਆਦਾ ਰੱਖਣਾ ਮੇਨਲੀ 1986 ਤੋਂ ਲੈ ਕੇ 1992 ਤੱਕ, ਠੀਕ ਹੈ ਜੀ। ਹਾਂਜੀ ਅੱਗੇ ਦੇਖੋ ਯਸ਼ਪਾਲ ਕਮੇਟੀ ਜਿਹੜੀ ਉਹ ਬਿਠਾ ਦਿੰਦੇ ਨੇ ਉਹ 1992 ਦੇ ਵਿੱਚ।
ठीक है, ये तो याद रखना। उस बाद एक नैक्सट जो नॉवल आता है द वर्ल्ड ऑफ नागराज। एक सुन पिछे नहीं मतलब आप पढ़िया सीगा नागराज के उपर एक स्टोरी आती है, वो नॉवल का नाम दसो किहड़ा सीगा, ये तुसीं कमेंट बॉक्स के दसना मैनू, ठीक है। तो इस तो बाद इन्हां दी डॉटर आ जिहड़ी आ वो एक्सपायर हो जाती है कैंसर करके, तो इहदी वाइफ किहड़ी बीमारी करके एक्सपायर हो जाती है, टाईफाइड करके। तो इहदी बेटी है जिहड़ी वो कैंसर करके, बेटी का की नाम हुंदा है हेमा, ठीक है। ਉਹਦੀ ग्रैंड डॉटर ਹੁੰਦੀ है मिनी, ठीक है, भुवनेश्वरी बोलते हैं तो मिनी का शॉर्टकट नेम ਹੁੰਦਾ। तो बाद च मतलब ਉਹੀ इंडियन थॉट पब्लिकेशन की ਜਿਹੜੀ है ਉਹਨੂੰ ਸੰਭਾਲਦੀ है ਉਹਦੇ ਕੰਮ ਨੂੰ। ਤਾਂ इंडियन थॉट पब्लिकेशन ਕੀ ਸੀਗਾ, ਆਰ ਕੇ ਨਰੈਣ ਦੀ ਖੁਦ ਦੀ ਪਬਲਿਸ਼ਿੰਗ ਕੰਪਨੀ ਸੀਗੀ, ਤਾਂ ਇਹ ਤੁਸੀਂ ਧਿਆਨ ਰੱਖਣਾ। ਤੇ ਉਹਦਾ ਇੱਕ ਫਾਈਨਲ ਜਿਹੜਾ ਬੁੱਕ ਆਉਂਦੀ ਆ ਉਹਦੀ ਗ੍ਰੈਂਡ ਮਦਰਸ ਟੇਲ, ਇਹ ਤੁਸੀਂ ਬਹੁਤ ਹੀ ਪੁੱਛ ਸਕਦੇ ਨੇ। ਪਹਿਲੀ ਰਾਈਟਿੰਗ ਕਿਹੜੀ ਸੀ ਉਹਦੀ, ਪਬਲਿਸ਼ਡ ਵਰਕ ਕਿਹੜਾ ਸੀਗਾ, ਜਿਹੜਾ ਉਹ ਬੁੱਕ ਦੇ ਉੱਪਰ ਰਿਵਿਊ ਲਿਖਿਆ ਸੀਗਾ 19th ਸੈਂਚੁਰੀ ਮੈਰੀਟਾਈਮ ਰੂਟਸ ਦੇ ਉੱਪਰ ਲਿਖਿਆ ਸੀਗਾ। ਜੇ ਨਾਵਲ ਪੁੱਛ ਲੈਣ ਤਾਂ ਕਿਹੜਾ ਸੀਗਾ, ਸਵਾਮੀ ਐਂਡ ਫਰੈਂਡਸ, ਠੀਕ ਹੈ। ਲਾਸਟ ਪਬਲਿਸ਼ਡ ਵਰਕ ਕਿਹੜਾ ਸੀਗਾ, ਗ੍ਰੈਂਡ ਮਦਰਸ ਟੇਲ, ਗ੍ਰੈਂਡ ਮਦਰਸ ਟੇਲ, ਕਲੀਅਰ। ਇਹ ਯਾਦ ਰੱਖਣਾ, ਇਹ ਦੀ ਗ੍ਰੈਂਡ ਮਦਰ ਨਾਲ ਜੁੜੀ ਹੋਈ ਹੈ, ਗ੍ਰੇਟ ਗ੍ਰੈਂਡ ਮਦਰ ਨਾਲ। ਇੱਕ ਵਾਰੀ ਮਤਲਬ ਉਹਦੀ ਗ੍ਰੈਂਡ ਮਦਰ ਸਟੋਰੀਆਂ ਸੁਣਾਉਂਦੀ ਹੁੰਦੀ ਸੀ ਉਹਨਾਂ ਨੂੰ ਕਿ ਉਹਦਾ ਮਤਲਬ ਦਾਦਾ ਸੀ ਜਿਹੜਾ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੀਗਾ, ਤਾਂ ਉਹਦੇ ਆਲੇ ਦੁਆਲੇ ਘੁੰਮੀ ਹੋਈ ਹੈ ਸਟੋਰੀ ਸਾਰੀ ਇਹ। ਤੇ 2001 ਦੇ ਵਿੱਚ ਨਰਾਇਣ ਜੀ ਬਿਮਾਰ ਹੋ ਜਾਂਦੇ, ਉਹਨਾਂ ਨੂੰ ਹਸਪੀਟਲ 'ਚ ਕੀਤਾ ਜਾਂਦਾ ਤੇ ਇਸ ਤੋਂ ਬਾਅਦ ਉਹ ਐਕਸਪਾਇਰ ਹੋ ਜਾਂਦੇ ਨੇ ਚੇਨਈ ਦੇ ਵਿੱਚ 1994 ਦੀ 2001 ਦੇ ਵਿੱਚ 94 ਸਾਲ ਦੀ ਉਮਰ ਦੇ ਵਿੱਚ। ਧਿਆਨ ਰੱਖਣਾ ਇਹ ਕਈ ਵਾਰੀ ਕੁਐਸਚਨ ਇਹ ਪੁੱਛ ਲੈਂਦੇ ਹੁੰਦੇ ਨੇ ਵੀ ਕਿੰਨੇ ਸਾਲ ਦੇ ਹੋ ਕੇ ਉਹ ਐਕਸਪਾਇਰ ਹੋਏ ਸੀ, 94 ਸਾਲ ਦੇ। ਤੇ ਜੇ ਤੁਹਾਨੂੰ ਦੋ ਡੇਟਸ ਯਾਦ ਨੇ, ਠੀਕ ਹੈ, ਫਿਰ ਤਾਂ ਤੁਹਾਨੂੰ ਇਹ ਕੱਢਣਾ ਕੋਈ ਔਖਾ ਨਹੀਂ ਹੈਗਾ। ਪਰ ਕਈ ਵਾਰੀ ਮਤਲਬ ਆਪਾਂ ਡੇਟਸ ਭੁੱਲ ਜਾਂਦੇ ਹਾਂ ਤਾਂ ਡਾਇਰੈਕਟ ਵੀ 94 ਸਾਲ ਦੀ ਉਮਰ ਦੇ ਵਿੱਚ ਉਹ ਐਕਸਪਾਇਰ ਹੋ ਗਏ ਸੀਗੇ 2001 ਦੇ ਵਿੱਚ। ਕਲੀਅਰ ਹੈ ਜੀ, ਇੱਥੇ ਤੱਕ ਸਾਰਿਆਂ ਨੂੰ ਮੈਨੂੰ ਲੱਗਦਾ ਕਲੀਅਰ ਹੋਣਾ। ਹੁਣ ਇਹ ਧਿਆਨ ਰੱਖਣਾ ਹੈ ਕਈ ਵਾਰੀ ਮਤਲਬ ਨਾ ਦੂਜੇ ਰਾਈਟਰਸ ਮਤਲਬ ਆਪਦੇ ਰਿਵਿਊਜ਼ ਦਿੰਦੇ ਹੁੰਦੇ ਨੇ ਰਾਈਟਿੰਗਸ ਦੇ ਉੱਪਰ, ਰਾਈਟਰ ਦੇ ਉੱਪਰ, ਤਾਂ ਇਹ ਧਿਆਨ ਰੱਖਣਾ ਹੈ ਆਰ ਕੇ ਨਰਾਇਣ ਨੂੰ ਇੰਡੀਅਨ ਚੈਖਵ ਕਹਿੰਦੇ ਸੀਗੇ, ਉਹਦੀ ਸਿੰਪਲੀਸਿਟੀ ਰਾਈਟਿੰਗਸ ਦੇ ਵਿੱਚ ਸਿੰਪਲੀਸਿਟੀ ਹੋਣ ਕਰਕੇ, ਠੀਕ ਹੈ, ਇਹ ਤੁਸੀਂ ਧਿਆਨ ਰੱਖਣਾ। ਇੰਡੀਅਨ ਚੈਖਵ ਦਾ ਨਾਮ ਕਿਹਨੇ ਦਿੱਤਾ ਸੀਗਾ ਆਰ ਕੇ ਨਰਾਇਣ ਨੂੰ ਵੀ ਇਹ ਇੰਡੀਅਨ ਚੈਖਵ ਹੈ। ਜਿਹੜਾ ਚੈਖਵ ਸੀ ਨਾ ਉਹ ਵੀ ਇੱਕ ਰਾਈਟਰ ਹੋਇਆ ਹੈ, ਫੋਰਨ ਰਾਈਟਰ ਹੋਇਆ, ਤੇ ਇੰਡੀਅਨ ਚੈਖਵ ਕਿਹਨੇ ਕਿਹਾ ਸੀਗਾ, ਗ੍ਰਾਹਮ ਗ੍ਰੀਨ ਨੇ। ਇਹ ਤੁਸੀਂ ਧਿਆਨ ਰੱਖਣਾ ਕਿਹਨੇ ਕਿਹਾ ਸੀਗਾ, ਗ੍ਰਾਹਮ ਗ੍ਰੀਨ ਨੇ, ਠੀਕ ਹੈ। ਵੀ ਆਰ ਕੇ ਨਰਾਇਣ ਇੱਕ ਇੰਡੀਅਨ ਚੈਖਵ ਹੈ, ਠੀਕ ਹੈ। ਉਵੇਂ ਐਂਥਨੀ ਵੈਸਟ ਨੇ, ਜਿਹੜਾ ਐਂਥਨੀ ਵੈਸਟ ਸੀਗਾ ਉਹਨਾਂ ਨੇ ਵੀ ਆਰ ਕੇ ਨਰਾਇਣ ਨੂੰ ਇੱਕ ਡਿਫਰੈਂਟ ਮਤਲਬ ਕਿਹਾ, ਉਹਨੂੰ ਕੰਪੇਅਰ ਕੀਤਾ ਹੈ ਨਿਕੋਲੋਈ ਗਗੋਈ ਨਾਲ, ਠੀਕ ਹੈ। ਇਹ ਵੀ ਇੱਕ ਰਾਈਟਰ ਹੈ, ਉਹਨਾਂ ਨਾਲ ਮਤਲਬ ਇਹਨਾਂ ਨੂੰ ਕੰਪੇਅਰ ਕੀਤਾ ਹੈ ਨਿਕੋਲੋਈ ਗਗੋਈ ਨਾਲ, ਨਿਕੋਲੋਈ ਗਗੋਲ ਨਾਲ, ਠੀਕ ਹੈ, ਜਿਸ ਧਿਆਨ ਰੱਖਣਾ। ਹਾਂ, ਇੱਕ ਆਪਾਂ ਸਟਾਰਟਿੰਗ ਵਿੱਚ ਪੜ੍ਹੀ ਸੀ ਨਾ ਕਿ ਜਿਹੜਾ ਸੀਗਾ ਆਰ ਕੇ ਨਰਾਇਣ ਨੂੰ ਗਾਈਡੀ ਮੋਪੇਸੈਂਟ ਦੇ ਨਾਲ ਕੰਪੇਅਰ ਕੀਤਾ ਗਿਆ, ਝੁੰਪਾ ਲਾਹਿਰੀ ਨੇ ਮਤਲਬ ਇਹਨਾਂ ਨੂੰ ਕੰਪੇਅਰ ਕੀਤਾ ਸੀਗਾ ਇਸ ਦੀ ਐਬਿਲਿਟੀ ਕਰਕੇ ਕਿ ਉਹ ਜਿਹੜੀ ਨਰੇਟਿਵ ਨੂੰ ਕੰਪਰੈਸ ਕਰ ਦਿੰਦਾ ਸੀ, ਮਤਲਬ ਥੋੜ੍ਹੇ ਸ਼ਬਦਾਂ ਦੇ ਵਿੱਚ ਜ਼ਿਆਦਾ ਗੱਲ ਕਹਿ ਦੇਣੀ। ਤੇ VS ਨਾਇਪਾਲ ਨੇ ਵੀ ਕਿਹਾ ਕਿ ਜਿਹੜਾ ਆਰ ਕੇ ਨਰਾਇਣ ਸੀਗਾ ਮਤਲਬ ਕਮਿਊਨਿਟੀ ਦੀ ਡੀਪ ਮਤਲਬ ਲਿਖਦਾ ਸੀ, ਕਮਿਊਨਿਟੀ ਬਾਰੇ ਲਿਖਦਾ ਸੀਗਾ, ਕਹਿਣ ਦਾ ਭਾਵ ਉਹਦੇ ਕਰੈਕਟਰ ਨੂੰ ਇਸ ਤਰੀਕੇ ਨਾਲ ਟਰੀਟ ਕਰਦਾ ਸੀ ਜਿਵੇਂ ਉਹ ਰੀਅਲ ਲੱਗਦੇ ਹੋਣਗੇ, ਠੀਕ ਹੈ। ਇਹ VS ਨਾਇਪਾਲ ਨੇ ਕਿਹਾ। ਤੇ ਸਟਾਰਟਿੰਗ ਦੇ ਵਿੱਚ ਹੀ ਆਪਾਂ ਕਿਹਾ ਸੀਗਾ ਪੜ੍ਹਿਆ ਸੀਗਾ ਕਿ ਇਹਨਾਂ ਨੂੰ ਵਿਲੀਅਮ ਫੋਕਨਰ ਦੇ ਨਾਲ ਵੀ ਮਤਲਬ ਕੰਪੇਅਰ ਕੀਤਾ, ਕਿਉਂ ਕੀਤਾ ਗਿਆ ਸੀਗਾ, ਕਿਉਂਕਿ ਇਹਨਾਂ ਨੇ ਆਪਣੀ ਇੱਕ ਫਿਕਸ਼ਨਲ ਟਾਊਨ ਕ੍ਰੀਏਟ ਕੀਤਾ ਸੀਗਾ, ਵਿਲੀਅਮ ਫੋਕਨਰ ਨੇ ਵੀ ਤੇ ਆਰ ਕੇ ਨਰਾਇਣ ਨੇ ਵੀ, ਠੀਕ ਹੈ ਜੀ। ਹੁਣ ਇਹ ਅਵਾਰਡ ਐਂਡ ਔਨਰਸ ਨੇ ਮਤਲਬ ਕਦੋਂ ਮਿਲੇ ਸੀਗੇ ਇਹਨਾਂ ਨੂੰ। ਅਵਾਰਡ ਜਿਹੜਾ ਮਿਲਿਆ ਸੀਗਾ ਸਾਹਿਤਿਆ ਅਕਾਦਮੀ ਅਵਾਰਡ ਕਿਹੜੀ ਰਾਈਟਿੰਗ ਵਾਸਤੇ ਮਿਲਿਆ ਸੀਗਾ, ਗਾਈਡ ਵਾਸਤੇ। ਕਦੋਂ ਮਿਲਿਆ ਸੀਗਾ, 1960 ਦੇ ਵਿੱਚ, ਠੀਕ ਹੈ। ਇਸ ਨੂੰ ਫਿਲਮ ਫੇਅਰ ਅਵਾਰਡ ਵੀ ਮਿਲਿਆ ਸੀ ਬੈਸਟ ਸਟੋਰੀ ਦਾ। ਹਾਂ, ਇੱਕ ਗੱਲ ਹੋਰ ਦੱਸੋ ਮੈਨੂੰ, ਦਾ ਗਾਈਡ ਕਦੋਂ ਪਬਲਿਸ਼ ਹੋਇਆ ਸੀਗਾ, 1958 ਦੇ ਵਿੱਚ, 2 ਸਾਲਾਂ ਬਾਅਦ ਨੂੰ ਮਤਲਬ ਇਹਨਾਂ ਨੂੰ ਕੀ ਮਿਲਿਆ ਸੀਗਾ,
ਸਾਹਿਤਿਆ ਅਕਾਦਮੀ ਅਵਾਰਡ। ਅੱਛਾ ਇੱਕ ਹੋਰ ਕੁਐਸਚਨ ਦੱਸੋ ਮੈਨੂੰ, ਦ ਗਾਈਡ ਕਦੋਂ ਮਤਲਬ ਫਿਲਮ ਬਣੀ ਸੀ ਦ ਗਾਈਡ ਦੇ ਉੱਪਰ? 1965 ਦੇ ਵਿੱਚ, ਇਹ ਧਿਆਨ ਰੱਖਣਾ ਤੁਸੀਂ। ਹਾਂ, ਇਹਨਾਂ ਨੂੰ ਪਦਮ ਭੂਸ਼ਣ ਅਵਾਰਡ ਕਦੋਂ ਮਿਲਿਆ ਸੀ? 1964 ਦੇ ਵਿੱਚ। ਤੇ ਪਦਮ ਵਿਭੂਸ਼ਣ ਕਦੋਂ ਮਿਲਿਆ ਸੀਗਾ? ਪਦਮ ਵਿਭੂਸ਼ਣ, ਇੱਕ ਪਦਮ ਭੂਸ਼ਣ ਹੁੰਦਾ, ਇੱਕ ਪਦਮ ਵਿਭੂਸ਼ਣ। ਪਦਮ ਵਿਭੂਸ਼ਣ ਜਿਹੜਾ ਉਹ ਐਂਡ ਤੇ ਜਾ ਕੇ ਮਿਲਿਆ ਸੀ ਇਹਨਾਂ ਨੂੰ 2001 ਦੇ ਵਿੱਚ। ਆ ਦੇਖੋ ਇੱਥੇ ਲਿਖਿਆ ਹੋਇਆ ਮੈਂ, 2001 ਦੇ ਵਿੱਚ ਇਹਨਾਂ ਨੂੰ ਮਤਲਬ ਪਦਮ ਵਿਭੂਸ਼ਣ ਮਿਲਿਆ ਸੀ, ਤੇ ਪਦਮ ਭੂਸ਼ਣ ਮਿਲਿਆ ਸੀ ਪਹਿਲਾਂ ਇਹਨਾਂ ਨੂੰ, ਠੀਕ ਹੈ, 1964 ਦੇ ਵਿੱਚ। ਇਹ ਤੁਸੀਂ ਧਿਆਨ ਰੱਖਣਾ। ਤੇ 1980 ਦੇ ਵਿੱਚ AC ਬੈਂਸਨ ਮੈਡਲ ਮਿਲਿਆ ਸੀ ਇਹਨਾਂ ਨੂੰ, AC ਬੈਂਸਨ ਮੈਡਲ। ਰੋਇਲ ਸੁਸਾਇਟੀ ਆਫ ਲਿਟਰੇਚਰ ਨੇ ਦਿੱਤਾ ਸੀਗਾ, ਇਹ ਧਿਆਨ ਰੱਖਣਾ। 1982 ਦੇ ਵਿੱਚ ਇਹਨਾਂ ਨੂੰ ਅਮੈਰੀਕਨ ਅਕੈਡਮੀ ਆਫ ਆਰਟਸ ਐਂਡ ਲੈਟਰਸ, ਠੀਕ ਹੈ, ਵੱਲੋਂ ਆਨਰਰੀ ਮੈਂਬਰ ਸੀ ਜਿਹੜਾ ਉਹ ਬਣਾਇਆ ਗਿਆ ਸੀ। ਉੱਪਰ ਬੇਟਾ ਧਿਆਨ, ਸੋਰੀ ਇੱਕ ਗਲਤੀ ਉੱਪਰ ਹੋਈ ਹੈ, ਉਰੇ ਠੀਕ ਹੈ, ਉੱਪਰ 1980 ਲਿਖਿਆ ਹੋਇਆ ਮੈਂ, ਉਹ ਕਰੈਕਟ ਕਰ ਲਿਓ ਉਹਨੂੰ, ਉੱਥੇ 1982 ਕਰ ਲਿਓ, ਠੀਕ ਹੈ। 1982 ਦੇ ਵਿੱਚ ਮਤਲਬ ਇਹਨੂੰ ਆਰਟਸ ਐਂਡ ਲੈਟਰ ਵੱਲੋਂ ਮਤਲਬ ਆਨਰਰੀ ਮੈਂਬਰ ਸੀ ਜਿਹੜਾ ਉਹ ਬਣਾਇਆ ਗਿਆ ਸੀਗਾ। ਤੇ 1994 ਦੇ ਵਿੱਚ ਇਹਨਾਂ ਨੂੰ ਸਾਹਿਤਿਆ ਅਕਾਦਮੀ ਫੈਲੋਸ਼ਿਪ ਅਵਾਰਡ ਮਿਲਿਆ ਸੀਗਾ, ਇਹ ਤੁਸੀਂ ਧਿਆਨ ਰੱਖਣਾ। ਓਕੇ, ਤੇ ਹੁਣ ਇਹ ਤਿੰਨ ਚੀਜ਼ਾਂ ਇੱਕ ਹੋਰ ਮੈਂ ਕਵਰ ਕਰੀਆਂ ਨੇ, ਇਹ ਨੇ ਕਿ ਕਿਹੜੀ ਯੂਨੀਵਰਸਿਟੀਆਂ ਵੱਲੋਂ ਇਹਨਾਂ ਨੂੰ ਆਨਰਰੀ ਡਿਗਰੀ ਮਿਲੀਆਂ ਸੀਗੀਆਂ। ਪਹਿਲੀ ਆਨਰਰੀ ਡਿਗਰੀ ਕਿਹੜੀ ਯੂਨੀਵਰਸਿਟੀ ਦਿੱਤੀ ਸੀ? ਯੂਨੀਵਰਸਿਟੀ ਆਫ ਲੀਡਸ ਨੇ, ਠੀਕ ਹੈ, 1967 ਦੇ ਵਿੱਚ। ਤੇ ਦੂਜੀ ਦਿੱਲੀ ਯੂਨੀਵਰਸਿਟੀ 1973 ਦੇ ਵਿੱਚ, ਪਹਿਲੀ 1967 ਦੇ ਵਿੱਚ, ਦੂਜੀ 1973 ਦੇ ਵਿੱਚ, ਤੇ ਤੀਸਰੀ ਯੂਨੀਵਰਸਿਟੀ ਆਫ ਮੈਸੂਰ ਨੇ 1976 ਦੇ ਵਿੱਚ। ਤਾਂ ਇਹ ਤਿੰਨ ਤੁਸੀਂ ਯਾਦ ਰੱਖਣੇ ਨੇ। ਕਈ ਵਾਰੀ MCQ ਬਣ ਜਾਂਦਾ ਹੁੰਦਾ ਵੀ ਕਿਹੜੀ ਯੂਨੀਵਰਸਿਟੀ ਨੇ ਉਹਨਾਂ ਨੂੰ ਆਨਰਰੀ ਡਿਗਰੀ ਨਹੀਂ ਦਿੱਤੀ ਸੀ, ਤਾਂ ਇਹ ਤਿੰਨਾਂ ਤੁਸੀਂ ਯਾਦ ਰੱਖਣੇ ਨੇ। ਜਿਹਨਾਂ ਨੇ ਦਿੱਤੀ ਸੀ, ਲੀਡਸ ਨੇ ਦਿੱਤੀ ਸੀ, ਦਿੱਲੀ ਯੂਨੀਵਰਸਿਟੀ ਨੇ, ਐਂਡ ਯੂਨੀਵਰਸਿਟੀ ਆਫ ਮੈਸੂਰ ਨੇ, ਠੀਕ ਹੈ ਜੀ। ਤੇ ਉਰੇ ਇੱਕ ਧਿਆਨ ਕਰ ਲਿਓ, ਇਹ 6 ਈਅਰ ਟਰਮ ਸਟਾਰਟ ਹੁੰਦੀ ਹੈ 1986 ਤੋਂ ਲੈ ਕੇ, ਠੀਕ ਹੈ ਜੀ। ਉਰੇ 1999 ਲਿਖਿਆ ਸੀ, ਇਹਨੂੰ ਕਰੈਕਟ ਕਰ ਲਿਓ। ਤੇ ਇੱਕ ਉੱਪਰ ਬੇਟਾ ਕਵਰ ਕਰ ਲਿਓ, ਮੈਂ ਤੁਹਾਨੂੰ ਚੇਂਜ ਕਰਵਾ ਰਿਹਾ ਉਹ ਇੱਥੇ ਸੋਰੀ, ਇਹਨੂੰ ਚੇਂਜ ਕਰ ਲਿਓ, 1982 ਆਊਗਾ, ਠੀਕ ਹੈ, 1982 ਕਲੀਅਰ ਕਰ ਲਿਓ, ਠੀਕ ਹੈ ਜੀ। ਹਾਂ, ਹੁਣ ਆਪਾਂ ਦੇਖਦੇ ਹਾਂ, ਨੀਚੇ ਆ ਜਾਓ। ਪਦਮ ਭੂਸ਼ਣ ਜਿਹੜਾ ਸੀਗਾ, ਉਸ ਤੋਂ ਬਾਅਦ ਉਹ ਐਂਡ ਤੇ ਜਾ ਕੇ ਮਤਲਬ ਇਹਨਾਂ ਦੀ ਲਾਸਟ ਜਿਹੜਾ ਅਵਾਰਡ ਮਿਲਦਾ ਉਹਨੂੰ ਪਦਮ ਵਿਭੂਸ਼ਣ ਮਿਲਦਾ। ਹਾਂ, 3-4 ਤਰ੍ਹਾਂ ਦੇ ਅਵਾਰਡ ਹੁੰਦੇ ਨੇ, ਜਿਵੇਂ ਭਾਰਤ ਰਤਨ ਸਭ ਤੋਂ ਟੋਪ ਜਿਹੜਾ ਲੈਵਲ ਦਾ ਅਵਾਰਡ ਹੁੰਦਾ ਆਪਣੇ ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਪਦਮ ਵਿਭੂਸ਼ਣ ਹੁੰਦਾ, ਫਿਰ ਪਦਮ ਭੂਸ਼ਣ ਹੁੰਦਾ, ਫਿਰ ਪਦਮ ਸ਼੍ਰੀ ਹੁੰਦਾ। ਤਾਂ ਇਹਨਾਂ ਨੂੰ ਸੈਕਿੰਡ ਹਾਈਐਸਟ ਜਿਹੜਾ ਸੀਗਾ ਅਵਾਰਡ ਮਿਲਿਆ ਸੀਗਾ ਪਦਮ ਵਿਭੂਸ਼ਣ, ਤੇ ਥਰਡ ਵੀ ਇਹਨਾਂ ਨੂੰ, ਥਰਡ ਜਿਹੜਾ ਅਵਾਰਡ ਆਪਣਾ ਹੁੰਦਾ ਹਾਈਐਸਟ, ਉਹ ਵੀ ਇਹਨਾਂ ਨੂੰ ਮਿਲਿਆ ਹੋਇਆ 1964 ਦੇ ਵਿੱਚ। ਤਾਂ ਇਹ ਅੱਗੇ ਰਾਈਟਿੰਗਸ ਨੇ ਇਹਦੀਆਂ, ਇਹਨਾਂ 'ਤੇ ਆਪਾਂ ਡੇਟਸ ਆਲਮੋਸਟ ਕਰ ਲਈ ਸਾਰਿਆਂ ਦੀ, ਤਾਂ ਤੁਸੀਂ ਇਹਨੂੰ ਮਤਲਬ ਸਕਰੀਨਸ਼ਾਟ ਲੈ ਸਕਦੇ ਹੋ। ਅੱਛਾ ਹਾਂ, ਤੁਹਾਨੂੰ ਇੱਕ MCQ ਦਿੱਤਾ ਸੀ ਨਾ ਮੈਂ, ਟਾਕੇਟਿਵ ਮੈਨ ਦੇ ਉੱਪਰ, ਮਤਲਬ ਟਾਕੇਟਿਵ ਮੈਨ ਦੇ ਵਿੱਚ ਕਿਹੜਾ ਬੰਦਾ ਮੇਨ ਕਰੈਕਟਰ ਹੈ? ਤੁਸੀਂ MCQ ਤੁਹਾਡੇ ਵਾਸਤੇ ਤੁਸੀਂ ਕਮੈਂਟ ਕਰਨਾ ਵੀਡੀਓ ਦੇਖਣ ਤੋਂ ਬਾਅਦ। ਤੇ ਇਹ ਕੁਝ ਰਾਈਟਿੰਗਸ ਨੇ ਇਹਦੀਆਂ ਜਿਹੜੀਆਂ ਉਹਨਾਂ ਨੇ ਲਿਖੀਆਂ ਨੇ, ਸਾਰੀਆਂ ਤੁਸੀਂ ਦੇਖਣੀਆਂ ਧਿਆਨ ਨਾਲ। ਹਾਂ, ਇੱਕ ਹੋਰ ਧਿਆਨ ਨਾਲ ਇਹਨੂੰ ਧਿਆਨ ਨਾਲ ਦੇਖ ਲਿਓ, ਜਿਹੜੀ ਗਾਈਡ ਮੂਵੀ ਬਣੀ ਸੀਗੀ ਉਹ ਕਿਹਨੇ ਡਾਇਰੈਕਟ ਕੀਤੀ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਧਿਆਨ ਦੇਖੋ। ਇਹ ਕਿਹਨੇ ਕੀਤੀ ਸੀ? ਵਿਜੇ ਆਨੰਦ ਨੇ। ਕਦੋਂ? 1965 ਦੇ ਵਿੱਚ, ਠੀਕ ਹੈ ਜੀ। ਪਰ RK ਨਾਰਾਇਣ ਖੁਸ਼ ਨਹੀਂ ਹੋਇਆ ਸੀਗਾ, ਮਤਲਬ ਜਦੋਂ ਵਿਜੇ ਆਨੰਦ ਨੇ ਮਤਲਬ ਇਸ ਨੂੰ ਡਾਇਰੈਕਟ ਕੀਤਾ, ਤਾਂ ਉਹਨੇ ਮਤਲਬ ਇਹਦੀ ਓਰੀਜਨੈਲਿਟੀ ਹੀ ਖਰਾਬ ਕਰਤੀ, ਆਪਦੇ ਵੱਲੋਂ ਕੁਛ ਐਡ ਕਰਤਾ। ਤਾਂ ਜਦੋਂ ਨਾਰਾਇਣ ਨੇ ਮਤਲਬ ਕਿਸੇ ਮੈਗਜ਼ੀਨ ਦੇ ਵਿੱਚ, ਲਾਈਫ ਮੈਗਜ਼ੀਨ ਦੇ ਵਿੱਚ, ਮਤਲਬ ਇਹਨਾਂ ਨੇ ਇੱਕ ਕਾਲਮ ਲਿਖਿਆ, ਠੀਕ ਹੈ, ਉਸ ਦੇ ਵਿੱਚ ਇਸ ਮੂਵੀ ਨੂੰ ਮਿਸਗਾਈਡਡ ਗਾਈਡ ਕਿਹਾ,
मतलब कहने का भाव आ कि ये प्रॉपर ਜਿਹੜਾ ਉਹਦਾ ਨਾਵਲ ਸੀ ਦਾ ਗਾਈਡ ਉਹਦੇ ਉੱਪਰ ਨਹੀਂ ਬਣੀ ਹੋਈ, मतलब ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੋਇਆ ਸੀਗਾ, ਇਸ ਕਰਕੇ ਉਹਨੇ ਕ੍ਰਿਟੀਸਾਈਜ਼ ਕੀਤਾ ਉਸ ਮੂਵੀ ਨੂੰ ਦਾ ਮਿਸਗਾਈਡਡ ਗਾਈਡ। ਉਸ ਤੋਂ ਬਾਅਦ मतलब ਇਸ ਨਾਵਲ ਨੂੰ ਪਲੇਸ ਦੇ ਵਿੱਚ ਵੀ मतलब ਪਬਲਿਸ਼ ਕੀਤਾ ਗਿਆ ਸੀਗਾ, ਤੇ ਆਹ ਕਰੈਕਟਰ ਨੇ ਤੁਸੀਂ ਦੇਖ ਲਓ ਇਹਨਾਂ ਨੂੰ ਧਿਆਨ ਨਾਲ। ਇਸ ਤੋਂ ਬਾਅਦ मतलब ਇਹਦਾ ਇੱਕ ਹੋਰ ਨਾਵਲ ਸੀਗਾ ਜਿਹੜਾ ਮਿਸਟਰ ਸੰਪਤ ਜਿਹੜਾ ਸੀਗਾ, ਉਹ ਹਿੰਦੀ 'ਚ ਸੇਮ ਨਾਮ ਦੇ ਉੱਪਰ ਮੂਵੀ ਬਣੀ ਸੀ, ਤੇ मतलब ਇਹ ਕਰੈਕਟਰ ਸੀ ਪਦਮਨੀ ਐਂਡ ਮੋਤੀ ਲਾਲ, ਠੀਕ ਹੈ ਜੀ। ਤੇ ਇਹ ਕਿਹਨੇ ਪ੍ਰੋਡਿਊਸ ਕੀਤੀ ਸੀ? ਜੈਮਨੀ ਸਟੂਡੀਓਜ਼ ਨੇ। ਜੈਮਨੀ ਸਟੂਡੀਓ ਕਿਹਨੇ ਬਣਾਇਆ ਸੀ? ਰਾਮਾ ਚੰਦਰਨ ਨੇ, ਉਹਦੇ ਭਾਈ ਨੇ। ਇੱਕ ਹੋਰ ਨਾਵਲ ਸੀਗਾ ਫਾਈਨੈਂਸ਼ੀਅਲ ਐਕਸਪਰਟ, ਕੰਨੜ ਦੇ ਵਿੱਚ ਇਹਦੇ ਉੱਪਰ ਮੂਵੀ ਬਣੀ ਹੋਈ ਹੈ, ਪਰ ਨਾਮ ਕੀ ਸੀਗਾ ਉਸ ਮੂਵੀ ਦਾ? ਬੈਂਕਰ ਮਰ ਗਿਆ, ਠੀਕ ਹੈ ਜੀ। ਇਹ मतलब ਇਹ ਤੁਸੀਂ ਧਿਆਨ ਰੱਖਣਾ ਇਹ ਮੂਵੀ ਦੀ ਡੇਟ ਹੈ, ਪਰ ਅਸਲ 'ਚ ਜਿਹੜਾ ਨਾਵਲ ਪਬਲਿਸ਼ ਹੋਇਆ ਸੀ ਕਦੋਂ ਹੋਇਆ ਸੀ? 1951 ਦੇ ਵਿੱਚ ਹੋਇਆ ਸੀ। ਧਿਆਨ ਰੱਖਣਾ ਤੁਸੀਂ, ਜਿਹੜੀ ਮੂਵੀ ਬਣੀ ਸੀ ਉਹ 1983 ਦੇ ਵਿੱਚ ਬਣੀ ਸੀ ਇਹਦੇ ਉੱਪਰ, ਪਰ ਜਿਹੜਾ ਨਾਵਲ ਲਿਖਿਆ ਗਿਆ ਸੀ ਦਾ ਫਾਈਨੈਂਸ਼ੀਅਲ ਐਕਸਪਰਟ ਦੇ ਨਾਮ 'ਤੇ ਉਹ 1951 ਦੇ ਵਿੱਚ ਲਿਖਿਆ ਗਿਆ ਸੀ। ਤੁਸੀਂ ਧਿਆਨ ਰੱਖਣਾ, ਕਨਫਿਊਜ਼ ਨਹੀਂ ਹੋਣਾ ਇਹਦੇ 'ਚ। ਇਸ ਤੋਂ ਇਲਾਵਾ ਕੁਛ ਹੋਰ ਸਟੋਰੀਜ਼ ਨੇ ਜਿਹੜੀਆਂ ਜਿਵੇਂ ਸਵਾਮੀ ਐਂਡ ਫਰੈਂਡਸ, ਦਾ ਵੈਂਡਰ ਆਫ ਸਵੀਟਸ, ਇਹਨਾਂ ਦੇ ਉੱਪਰ ਵੀ मतलब ਸ਼ੰਕਰ ਨਾਗ ਨਾਮ ਦੇ ਡਾਇਰੈਕਟਰ ਨੇ मतलब ਇਹਨਾਂ 'ਚੋਂ ਕੁਛ ਚੀਜ਼ਾਂ ਲੈ ਕੇ मतलब ਮਲਗੂ ਦੀ ਸੀਰੀਜ਼ ਦੇ ਵਿੱਚ ਪਬਲਿਸ਼ ਕੀਤੀਆਂ ਸੀਗੀਆਂ, ਜਿਹੜੀਆਂ मतलब 1986 ਦੇ ਵਿੱਚ ਸਟਾਰਟ ਹੋਈ ਸੀ ਇੱਕ ਸੀਰੀਅਲ ਟਾਈਪ। ਤਾਂ ਉਹਦੇ 'ਚ ਵੀ मतलब ਇਹਨਾਂ 'ਚੋਂ ਕੁਛ मतलब ਕੁਛ ਰਾਈਟਿੰਗਸ ਲੈ ਕੇ मतलब ਸਟੋਰੀਜ਼ ਹੀ ਬਣਾ ਕੇ ਇਹਨਾਂ ਨੂੰ मतलब ਫਿਲਮ ਦੇ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਇਹ ਕੁਛ ਇਹ ਧਿਆਨ ਰੱਖਣਾ ਤੁਸੀਂ। ਤਾਂ ਪਹਿਲਾ ਨਾਵਲ ਕਿਹੜਾ ਸੀ ਜਿਹੜਾ ਫਿਲਮ ਦੇ ਵਿੱਚ ਬਣਿਆ ਸੀਗਾ? ਆਹ ਵਾਲਾ ਮਿਸਟਰ ਸੰਪਤ। ਤੇ ਪਹਿਲੀ ਰਾਈਟਿੰਗ ਕਿਹੜੀ ਸੀ? ਮਿਸ ਮਾਲਿਨੀ। ਉਹ ਤੁਸੀਂ ਧਿਆਨ ਰੱਖਣਾ ਜੈਮਨੀ ਸਟੂਡੀਓ ਵੱਲੋਂ ਹੋਈ ਸੀ ਡਿਸਪਲੇ, ਮਿਸ ਮਾਲਿਨੀ 1947 ਦੇ ਵਿੱਚ। ਮਿਸਟਰ ਸੰਪਤ ਜਿਹੜਾ ਸੀਗਾ ਇਹ ਨਾਵਲ ਬਣਿਆ ਸੀ 1952 ਦੇ ਵਿੱਚ। ਫਿਰ ਉਸ ਤੋਂ ਬਾਅਦ ਸੀਗਾ ਦਾ ਗਾਈਡ ਆਇਆ, ਠੀਕ ਹੈ, 1965 ਦੇ ਵਿੱਚ ਮੂਵੀ ਬਣ ਕੇ। ਲਿਖਿਆ ਕਦੋਂ ਗਿਆ ਸੀ? 1948 ਦੇ ਵਿੱਚ, ਸੌਰੀ 1958 ਦੇ ਵਿੱਚ, ਤੇ ਇਹਨੂੰ ਸਾਹਿਤਿਆ ਅਕਾਦਮੀ ਅਵਾਰਡ ਮਿਲਿਆ ਸੀਗਾ 1960 ਦੇ ਵਿੱਚ। ਹਾਂਜੀ, ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਇਹ मतलब ਵੀਡੀਓ ਪਸੰਦ ਆਈ ਹੋਊਗੀ, ਤੇ ਤੁਸੀਂ ਹੁਣ ਸਕਰੀਨਸ਼ਾਟ ਲੈ ਸਕਦੇ ਹੋ। ਮੈਂ ਤੁਹਾਨੂੰ ਸਕਰੀਨ ਜਿਹੜੀ ਉਹ ਸ਼ੇਅਰ ਕਰਨ ਲੱਗਿਆ, ਤੇ ਤੁਸੀਂ ਹੁਣ ਸਕਰੀਨਸ਼ਾਟ ਲੈ ਲਓ ਇਹਦੇ, ਠੀਕ ਹੈ ਜੀ। ਇਹ ਸਾਰੇ ਪੇਜ ਨੇ मतलब ਉਹਨਾਂ ਨੂੰ ਹੌਲੀ ਹੌਲੀ ਡਿਸਪਲੇ ਕਰਨ ਲੱਗਿਆ, ਤੇ ਇਹ ਸੈਕਿੰਡ ਪੇਜ ਇਸ ਦਾ ਸੈਕਿੰਡ ਵਾਲਾ ਪੋਰਸ਼ਨ ਹੈ ਜੀ। ਧਿਆਨ ਨਾਲ ਦੇਖੋ ਜੀ, ਤੇ ਇਸ ਦੀਆਂ मतलब ਫੋਟੋਆਂ ਤੁਸੀਂ ਲੈ ਸਕਦੇ ਹੋ। ਇਮੇਜ ਸਕਰੀਨਸ਼ਾਟ ਹੋ ਜੂਗਾ ਤੁਹਾਡਾ, ਤੇ ਤੁਸੀਂ ਆਰਾਮ ਨਾਲ ਪੜ੍ਹਿਓ ਫਿਰ ਇਹਨੂੰ ਬੈਠ ਕੇ। ਤੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਮੈਂ ਜਦੋਂ ਲੈ ਕੇ ਆਊਂਗਾ, ਉਹ ਨੈਕਸਟ ਵੀਡੀਓ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ ਜਿਹੜਾ ਨੈਕਸਟ ਰਾਈਟਰ ਹੋਊਗਾ ਉਹਦੇ ਉੱਪਰ ਹੋਏਗੀ। ਤੇ ਤੁਸੀਂ ਫਿਲਹਾਲ 2 ਦਿਨ ਜਿਹੜੀ ਹੈ ਇਸ ਵੀਡੀਓ ਨੂੰ ਦੇਖੋ, ਤੇ ਤੁਸੀਂ ਆਪ ਜਿਹੜੇ ਨੇ ਪ੍ਰੋਪਰ ਤਰੀਕੇ ਨਾਲ ਪ੍ਰੈਕਟਿਸ ਕਰੋ। ਹਾਂ, ਤੁਸੀਂ ਜੀ ਸਾਰਿਆਂ ਨੂੰ मतलब ਸਾਰਿਆਂ ਨੇ ਇਹ ਚੀਜ਼ਾਂ ਜਿਹੜੀਆਂ ਨੇ, ਇਹ ਵਾਲੀਆਂ ਚੀਜ਼ਾਂ ਇਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਯਾਦ ਕਰਨਾ ਹੈ, MCQ ਬਣਨਗੇ ਤੋਂ, ਠੀਕ ਹੈ। ਤੁਸੀਂ ਸਕਰੀਨਸ਼ਾਟ ਲੈ ਲਓ ਇਹਦੇ ਉੱਪਰ, ਤੇ ਇਹ ਵਾਲਾ ਪੋਰਸ਼ਨ ਇੰਪੋਰਟੈਂਟ ਹੈ ਤੁਹਾਡਾ ਐਗਜ਼ਾਮ ਬਹੁਤ ਜ਼ਿਆਦਾ, ਇਹਨੂੰ ਵੀ ਤੁਸੀਂ ਪੜ੍ਹਨਾ ਧਿਆਨ ਨਾਲ, ਠੀਕ ਹੈ ਜੀ। ਹਾਂਜੀ, ਧੰਨਵਾਦ ਜੀ ਸਾਰਿਆਂ ਦਾ ਦੇਖਣ ਵਾਸਤੇ। ਉਮੀਦ ਹੈ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਏਗੀ, ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮੇਰੇ ਚੈਨਲ ਨੂੰ। ਤੁਹਾਨੂੰ ਨਵੀਆਂ ਵੀਡੀਓ ਇੰਗਲਿਸ਼ ਮਾਸਟਰ ਕੈਡਰ ਤੇ ਇੰਗਲਿਸ਼ ਲੈਕਚਰਰ ਕੈਡਰ ਦੀਆਂ ਵੀਡੀਓ ਇੱਥੇ ਤੁਹਾਨੂੰ ਮਿਲ ਜਾਣਗੀਆਂ ਹੌਲੀ ਹੌਲੀ। ਡੇਲੀ ਰੈਗੂਲਰ ਵਾਈਜ਼ ਤੁਸੀਂ ਵਿਜ਼ਿਟ ਕਰੋ ਚੈਨਲ ਦੇ ਉੱਪਰ, ਤੇ ਸਬਸਕ੍ਰਾਈਬ ਕਰੋ, ਆਪਣੇ ਫਰੈਂਡਸ ਦੇ ਨਾਲ मतलब ਸ਼ੇਅਰ ਕਰੋ ਚੈਨਲ ਨੂੰ। ਥੈਂਕ ਯੂ ਜੀ, ਆਲ ਦਾ ਬੈਸਟ ਫॉर द एग्जाम।